मैं डॉक्टर हरीश मल्होत्रा ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਲੈ ਕੇ ਹਾਜ਼ਰ ਹਾਂ। ਮੇਰੇ ਲੀਡ ਸਹਿਯੋਗੀ ਧਨਚੰਦ ਮਹੇ ਹੁਣੀ ਅੱਜ ਕੁਝ ਜਾਤੀ ਕਾਰਨਾਂ ਕਰਕੇ ਆ ਨਹੀਂ ਸਕੇ ਅਤੇ ਇਸੇ ਕਰਕੇ ਮੈਂ ਇਕੱਲਾ ਹੀ ਤੁਹਾਡੇ ਨਾਲ ਅੱਜ ਪ੍ਰੋਗਰਾਮ ਜਿਹੜਾ ਹੈਗਾ ਉਹ ਕਰੂੰਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਗੱਲਾਂ ਕਰਨੀਆਂ ਹੈਗੀਆਂ ਉਹਨਾਂ ਗੱਲਾਂ ਕਰਨ ਤੋਂ ਪਹਿਲਾਂ ਮੈਂ ਮਾਇਆਵਤੀ ਜੀ ਦਾ ਜਨਮ ਦਿਨ ਹੈ ਅੱਜ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੇਣੀਆਂ ਚਾਹੁੰਦਾ। ਅਤੇ ਕਿਉਂਕਿ ਮਾਇਆਵਤੀ ਜੀ 4 ਵਾਰੀ ਜਿਹੜਾ ਹੈਗਾ ਉਹ ਚੀਫ ਮਿਨਿਸਟਰ ਰਹਿ ਚੁੱਕੇ ਆ ਯੂਪੀ ਦੇ, ਅਤੇ ਮੈਂ ਚਾਹੁੰਦਾ ਵੀ ਫਿਊਚਰ ਦੇ ਵਿੱਚ ਵੀ ਉਹ ਹੋਰ ਵੀ ਜਿਹੜੀਆਂ ਹੈਗੀਆਂ ਬਹੁਤ ਡੂੰਘੀਆਂ ਅਤੇ ਲੰਮੀਆਂ ਪਲਾਂਘਾਂ ਇਨਕੇ ਪੱਟਣ ਤਾਂ ਕਿ ਯਾਨੀ ਜਿਹੜਾ ਹੈਗਾ ਉਸ ਡਿਪਰੈਸਡ ਕਲਾਸ ਨੂੰ, ਉਸ ਯਾਨੀ ਕਿ ਔਰਤ ਨੂੰ ਜਿਹਨੂੰ ਕਿ ਅਸੀਂ ਬਹੁਤ ਸਦੀਆਂ ਤੋਂ ਗੁਲਾਮ ਬਣਾ ਕੇ ਰੱਖਿਆ ਹੈਗਾ, ਬਹੁਤ ਬੁਰੀ ਤਰ੍ਹਾਂ ਉਹਨਾਂ ਨਾਲ ਭੈੜਾ ਵਰਤਾਵ ਕਰਦੇ ਰਹੇ ਹੈਗੇ ਹਾਂ, ਉਹ ਇੱਕ ਕਿਸਮ ਦਾ ਰੋਲ ਮਾਡਲ ਯਾਨੀ ਕਿ ਬਣ ਗਿਆ ਹੈਗਾ। ਅਤੇ ਮੈਂ ਸਮਝਦਾ ਵੀ ਯਾਨੀ ਕਿ ਉਹਨਾਂ ਨੂੰ ਮੈਂ ਆਪਣੇ ਦਿਲੋਂ ਅਤੇ ਤੁਹਾਡੇ ਸਾਰਿਆਂ ਵੱਲੋਂ ਅਤੇ ਕਾਂਚੀ ਟੈਲੀਵਿਜ਼ਨ ਉਹਨਾਂ ਨੂੰ ਇੱਕ ਵਾਰੀ ਬਹੁਤ ਸਾਰੀਆਂ ਵਧਾਈਆਂ ਦੇਣੀਆਂ ਚਾਹੁੰਦਾ। ਅਤੇ ਨਾਲ ਦੀ ਨਾਲ ਹੀ ਯਾਨੀ ਕਿ ਜਿਹੜਾ ਹੈਗਾ ਅੱਜ ਆਪਾਂ ਜੋ ਗੱਲ ਕਰਨੀ ਹੈਗੀ ਆ ਉਹ ਗੱਲ ਆਪਾਂ ਲੋਹੜੀ ਦੀ ਕਰਨੀ ਹੈ ਵੀ ਲੋਹੜੀ ਜਿਹੜੀ ਹੈਗੀ ਅਸੀਂ ਕਿਉਂ ਮਨਾਉਂਦੇ ਹਾਂ ਅਤੇ ਇਸ ਲੋਹੜੀ ਦੇ ਪਿੱਛੇ ਕੀ ਕਾਰਨ ਯਾਨੀ ਕਿ ਹੈ ਅਤੇ ਕੀ ਯਾਨੀ ਕਿ ਲੋਹੜੀ ਦਾ ਜਿਹੜਾ ਅਸਲੀ ਮਕਸਦ ਸੀਗਾ ਉਹ ਅਸੀਂ ਕੀ ਪੂਰਾ ਕੀਤਾ ਹੈ ਯਾਨੀ ਕਿ ਜਾਂ ਪੂਰਾ ਕਰਦੇ ਹਾਂ ਜਾਂ ਉਹਦੇ ਵਿੱਚ ਕੀ ਚੇਂਜਿਸ ਯਾਨੀ ਕਿ ਲੈਂਦੀਆਂ ਹੈਗੀਆਂ। ਅਤੇ ਇਹਦੇ ਨਾਲ ਯਾਨੀ ਕਿ ਟੈਲੀਫੋਨ ਲਾਈਨ ਜਿਹੜੀਆਂ ਸਾਡੀਆਂ ਉਹ ਹੁਣ 'ਤੇ ਖੁੱਲ੍ਹੀਆਂ ਹੈਗੀਆਂ। ਜੇ ਤੁਸੀਂ ਬਰਤਾਨੀਆ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਜੀ? ਵੈਲਕਮ ਹੈ ਜੀ ਡਾਕਟਰ ਸਾਹਿਬ, ਮੈਂ ਫਰੀਦ ਚੌਹਾਨ ਬੋਲਦਾ। ਚੌਹਾਨ ਸਾਹਿਬ ਵੈਲਕਮ, ਤੁਹਾਡਾ ਬਹੁਤ ਜ਼ਿਆਦਾ ਵੈਲਕਮ ਹੈ ਜੀ। ਦੇਖੋ ਜੀ, ਅੱਜ ਦਾ ਜਿਹੜਾ ਦਿਨ ਹੈ ਬਹੁਤ ਮਹੱਤਵਪੂਰਨ ਆ। ਹਾਂਜੀ, ਭੈਣ ਜੀ ਕੁਮਾਰੀ ਮਾਇਆਵਤੀ ਜੀ ਦਾ ਅੱਜ ਜਨਮ ਦਿਨ ਹੈ। ਹਾਂਜੀ ਹਾਂਜੀ। ਭੈਣ ਜੀ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਤੇ ਭਾਰਤ ਦੇ ਸਰਵਜਨ ਸਮਾਜ ਅਤੇ ਵਿਸ਼ਵ ਦੇ ਮਹਿਲਾ ਵਰਗ ਨੂੰ ਲੱਖ ਲੱਖ ਵਧਾਈ। ਤੁਹਾਨੂੰ ਵੀ ਜੀ ਬਹੁਤ ਸਾਰੀਆਂ ਵਧਾਈਆਂ। ਹਾਂਜੀ, ਭੈਣ ਜੀ ਦਾ ਜਨਮ 15 ਜਨਵਰੀ 1956 ਨੂੰ ਦਿੱਲੀ ਵਿਖੇ ਹਾਂਜੀ ਪਿਤਾ ਪ੍ਰਭੂ ਦਾਸ ਅਤੇ ਮਾਤਾ ਰਾਮ ਰਤੀ ਦੇ ਘਰ ਹੋਇਆ। ਹਾਂਜੀ ਹਾਂਜੀ। ਡਾਕਟਰ ਅੰਬੇਡਕਰ ਬਾਰੇ ਜਾਣਕਾਰੀ ਉਹਨਾਂ ਨੂੰ ਆਪਣੇ ਪਿਤਾ ਪਾਸੋਂ ਹੀ ਮਿਲੀ ਕਿਉਂਕਿ ਉਹ ਟੈਲੀਫੋਨ ਮਹਿਕਮੇ ਦੇ ਵਿੱਚ ਕੰਮ ਕਰਦੇ ਸਨ। ਉਹ ਸਾਰੇ ਬੱਚਿਆਂ ਨੂੰ 14 ਅਪ੍ਰੈਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪ੍ਰੋਗਰਾਮਾਂ ਤੇ ਲੈ ਕੇ ਜਾਇਆ ਕਰਦੇ ਸਨ। ਦੇਖੋ, ਇਹ ਕਿੰਨੀ ਚੰਗੀ ਗੱਲ ਆ ਵੀ ਜੇ ਮਾਪੇ ਬੱਚਿਆਂ ਨੂੰ ਚੰਗੀ ਜਗ੍ਹਾ ਤੇ ਲਿਜਾਣ, ਬਿਲਕੁਲ ਬਿਲਕੁਲ, ਉਹ ਗੱਲ ਸੁਣਦੇ ਆ। ਹਾਂਜੀ ਹਾਂਜੀ। ਦੇਖੋ, ਬਹੁਤੇ ਪੜ੍ਹੇ ਲਿਖੇ ਮਾਪੇ ਵੀ ਕਾਲਪਨਿਕ ਦੇਵੀ ਦੇਵਤਿਆਂ ਨੇ ਲੈ ਕੇ ਜਾਂਦੇ ਆ। ਬਿਲਕੁਲ ਬਿਲਕੁਲ, ਕਿਉਂਕਿ ਉਹ ਸਮਾਂ ਬਰਬਾਦ ਹੁੰਦਾ, ਪੈਸੇ ਵੀ ਬਰਬਾਦ ਹੁੰਦੇ ਆ। ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਸੰਦੇਸ਼ ਹੈ ਐਜੂਕੇਟ, ਐਜੀਟੇਟ ਐਂਡ ਆਰਗੇਨਾਈਜ਼, ਉਹਨਾਂ ਦਾ ਬਚਪਨ ਤੋਂ ਹੀ ਮਾਇਆਵਤੀ ਦੇ ਪ੍ਰਭਾਵ ਪਿਆ। ਉਹਨੀ ਜਿਹੜੀ ਆਪ ਜਿਹੜੀ ਦੇਖ ਲਓ BA BEd LLB ਕਰਨ ਤੋਂ ਬਾਅਦ IAS ਦੀ ਪੜ੍ਹਾਈ ਸ਼ੁਰੂ ਕੀਤੀ ਹੋਈ ਸੀ ਤੇ ਮਾਨਵਰ ਕਾਂਸੀ ਰਾਮ ਦਾ 1977 ਵਿੱਚ ਉਹਨਾਂ ਦੇ ਨਾਲ ਸੰਪਰਕ ਹੋਇਆ। ਕਿਉਂਕਿ ਦੇਖੋ, ਇਹ ਹੈਗੀ ਆ ਵੀ ਉਹਨਾਂ ਦਾ ਪਿਤਾ ਚਾਹੁੰਦਾ ਸੀ ਵੀ ਉਹ IAS ਕਰੇ ਕਿਉਂਕਿ ਭਾਰਤ ਵਿੱਚ ਅਫਸਰਾਂ ਨੂੰ ਬਹੁਤ ਚੰਗੇ ਸਮਝਿਆ ਜਾਂਦਾ। ਬਿਲਕੁਲ ਬਿਲਕੁਲ। ਪਰ ਉਹ ਮਾਨਵਰ ਕਾਂਸੀ ਰਾਮ ਨੇ ਉਹਨਾਂ ਨੂੰ ਸਮਝਾਇਆ ਵੀ ਜੇ ਤੂੰ ਸਮਾਜ ਬਾਰੇ ਕੁਝ ਕਰਨਾ ਚਾਹੁੰਦੀ ਆ ਤਾਂ ਉਹ ਲੀਡਰ ਬਣ ਕੇ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਅਫਸਰ ਆ ਉਹ ਲੀਡਰਾਂ ਦੇ ਥੱਲੇ ਕੰਮ ਕਰਦੇ ਆ। ਬਿਲਕੁਲ ਬਿਲਕੁਲ। ਉਹਨੇ ਫਿਰ ਜਾਣੀ ਮਤਲਬ ਇਸ ਕਰਕੇ ਉਹਨੇ ਫਿਰ IAS ਦੀ ਪੜ੍ਹਾਈ ਵਿੱਚੋਂ ਹੀ ਛੱਡ ਦਿੱਤੀ। ਔਰ ਦੇਖੋ, ਜਿਹੜੇ ਮਾਨਵਰ ਕਾਂਸੀ ਰਾਮ ਨੇ ਜਿੰਨੇ ਵੀ ਸੰਗਠਨ ਬਣਾਏ ਆ, BAMSF 6 ਦਸੰਬਰ 1978 ਨੂੰ, BSP DS4 ਉਹ ਵੀ 6 ਦਸੰਬਰ 1981 ਨੂੰ, ਔਰ ਬਹੁਜਨ ਸਮਾਜ ਪਾਰਟੀ 14 ਅਪ੍ਰੈਲ 1984 ਨੂੰ। ਇਹਨਾਂ ਸਾਰਿਆਂ ਦੇ ਵਿੱਚ ਭੈਣ ਜੀ ਉਹਨਾਂ ਦੇ ਨਾਲ ਸਨ। ਹਾਂਜੀ ਹਾਂਜੀ। ਔਰ ਉਹ ਦੇਖੋ, ਜਿਹੜੀ ਕੋਈ ਵੀ ਪਾਰਟੀ ਬਣਾਉਣੀ ਉਹ ਸੌਖਾ ਕੰਮ ਆ ਔਰ ਉਹਨੂੰ ਚਲਾਉਣਾ ਬਹੁਤ ਔਖਾ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਇਹ ਕੋਈ ਬੱਚਿਆਂ ਦਾ ਖੇਡ ਨਹੀਂ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਵੋਟ ਦਾ ਹੱਕ ਲੈ ਕੇ ਦੇ ਦਿੱਤਾ ਵੀ ਇਹਨੂੰ ਸਹੀ ਵਰਤੋਂ ਕਰਕੇ ਤੁਸੀਂ ਸ਼ਾਸਕ ਬਣਨਾ। ਬਿਲਕੁਲ। ਜਿਹੜੀ ਪੋਲੀਟੀਕਲ ਪਾਵਰ ਆ ਉਹੀ ਮਾਸਟਰ ਕੀ ਆ। ਇਸ ਤੇ ਹੀ ਚੱਲਦੇ ਤੁਸੀਂ ਦੇਖੋ ਵੀ ਜਦ ਉਹ ਭੈਣ ਜੀ ਨੌਕਰੀ ਕਰਦੇ ਸਨ, ਉਹ ਅਧਿਆਪਕਾ ਸੀਗੇ ਦਿੱਲੀ ਦੇ ਸਕੂਲ ਦੇ ਵਿੱਚ, ਜਿਸ ਵੇਲੇ 1984 ਚ ਪਹਿਲੀਆਂ ਉਸ ਵੇਲੇ ਚੋਣਾਂ ਹੋਈਆਂ ਤਾਂ ਉਹਨੇ ਇੱਛਾ ਜਤਾਈ ਵੀ ਮੈਂ ਚੋਣ ਲੜਨੀ ਚਾਹੁੰਦੀ ਹਾਂ। ਤੇ ਮਾਨਵਰ ਕਾਂਸੀ ਰਾਮ ਨੇ ਕਿਹਾ ਵੀ ਤੈਨੂੰ ਫਿਰ ਜੌਬ ਛੱਡਣੀ ਪੈਣੀ ਹੈ। ਉਹਨੇ ਕਿਹਾ ਵੀ ਮੈਂ ਤਾਂ ਫੁੱਲ ਟਾਈਮ ਆਪਣਾ ਜੀਵਨ ਅਰਪਣ ਕੀਤਾ ਹੋਇਆ।
ਤੁਸੀਂ ਦੇਖੋ ਵੀ 1984 ਚ ਉਹਨੇ ਪਹਿਲੀ ਵਾਰੀ ਲੋਕ ਸਭਾ ਦੀ ਚੋਣ ਉੱਤਰ ਪ੍ਰਦੇਸ਼ ਤੋਂ ਲੜੀ, ਕਿਉਂਕਿ ਉਹ ਪਾਰਟੀ ਜਿਹੜੀ ਉਹ ਰਜਿਸਟਰ ਹੋ ਗਈ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਾਣੀ ਪਾਰਟੀ ਦਾ ਗ੍ਰਾਫ ਵੱਧਦਾ ਗਿਆ ਔਰ ਭੈਣ ਜੀ ਲਗਾਤਾਰ ਜਾਣੀ ਉਹ ਚੋਣ ਲੜਦੀ ਰਹੀ, ਬਿਲਕੁਲ, ਕਦੀ ਵਿਧਾਨ ਸਭਾ ਦੀ ਕਦੀ ਲੋਕ ਸਭਾ ਦੀ। ਪਰ 3 ਜੂਨ 1995 ਨੂੰ ਉਹ ਯੂਪੀ ਦੀ ਪਹਿਲੀ ਵਾਰੀ ਮੁੱਖ ਮੰਤਰੀ ਬਣੀ। ਦੇਖੋ ਯੂਪੀ ਭਾਰਤ ਦਾ ਕਿੱਡਾ ਵੱਡਾ ਸੂਬਾ ਹੈ, ਬਿਲਕੁਲ ਸਭ ਤੋਂ ਵੱਡਾ ਸੂਬਾ ਹੈ ਜੀ, ਬਿਲਕੁਲ। ਔਰ ਵੱਡੀ ਤਾਂ ਗੱਲ ਹੈ ਵੀ ਉਹ ਨਹੀਂ ਜਾਣੀ ਇਸ ਤਰ੍ਹਾਂ ਸ਼ਾਸਨ ਕੀਤਾ ਵੀ ਬਹੁਜਨ ਸਮਾਜ ਇਕੱਠਾ ਹੋ ਗਿਆ, ਜਿਹੜਾ ਜਾਤਾਂ ਵਿੱਚ ਵੰਡਿਆ ਸਮਾਜ ਆ ਉਹ ਜੁੜ ਗਿਆ, ਉਹ ਤਾਕਤ ਬਣ ਗਈ। ਤਾਂ ਉਹ ਦੇਖੋ ਲੋਕਾਂ ਦੇ ਵਿੱਚ ਜਾਣੀ ਮਨੋਬਲ ਵੱਧ ਗਿਆ ਵੀ ਜਦੋਂ ਯੂਪੀ ਦੀ ਮੁੱਖ ਮੰਤਰੀ ਬਣ ਸਕਦੀ ਹੈ ਤਾਂ ਇਹ ਤਾਂ ਬਹੁਤ ਮਾਰਕੇ ਵਾਲਾ ਕੰਮ ਹੈ। ਔਰ ਬੜੀ ਤਾਂ ਗੱਲ ਹੈ ਵੀ ਉਹਨੇ ਜਦੋਂ ਮੁੱਖ ਮੰਤਰੀ ਬਣੀ ਉਹਨੇ ਕੰਮੇ ਹੀ ਇਸ ਸਪੀਡ ਨਾਲ ਕੀਤਾ ਕਿ ਜਾਣੀ ਵੱਡੀ ਤਾਂ ਗੱਲ ਹੈ ਵੀ ਉਹਨੇ ਕਾਨੂੰਨ ਵਿਵਸਥਾ ਬਹੁਤ ਸੁਧਾਰ ਦਿੱਤੀ। ਦੇਖੋ ਵੀ ਜਿਹੜੇ ਉੱਥੇ ਅਤਿਆਚਾਰ ਹੁੰਦੇ ਆ, ਬਲਾਤਕਾਰ ਹੁੰਦੇ ਆ, ਉਹ ਇੱਕਦਮ ਰੁਕ ਗਏ। ਔਰ ਹੋਰ ਵੀ ਉਹਨ ਜਾਨੀ ਕੰਮ ਮਤਲਬ ਬਹੁਤ ਕੀਤੇ। ਔਰ ਬਾਅਦ ਦੇ ਵਿੱਚ ਦੇਖ ਲਓ ਵੀ ਉਹ 97 ਚ ਫੇਰ ਮੁੱਖ ਮੰਤਰੀ ਬਣੀ ਔਰ ਬਾਅਦ ਦੇ ਵਿੱਚ 2003 ਚ ਬਣੀ। ਔਰ ਫਿਰ ਦੇਖੋ ਵੀ ਮਾਨਵਰ ਕਾਂਸ਼ੀ ਰਾਮ ਦੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਸੀ, ਉਹਨੇ 2001 ਚ ਉਹਨਾਂ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਕੋਸ਼ਿਸ਼ ਕਰ ਦਿੱਤਾ ਸੀ। ਔਰ ਜਿਸ ਵੇਲੇ 9 ਅਕਤੂਬਰ 2006 ਨੂੰ ਉਹਨਾਂ ਦਾ ਪਰਿਨਿਰਵਾਣ ਹੋ ਗਿਆ ਤਾਂ ਫਿਰ ਭੈਣ ਜੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਬਣੀ। ਔਰ 2007 ਦੇ ਵਿੱਚ ਤੁਸੀਂ ਦੇਖੋਗੇ ਫਿਰ ਉਹ ਜਾਨੀ ਪੂਰਨ ਬਹੁਮਤ ਦੇ ਨਾਲ ਯੂਪੀ ਦੀ ਮੁੱਖ ਮੰਤਰੀ ਬਣੀ। ਬਿਲਕੁਲ, ਹਾਂਜੀ। ਔਰ ਇਹ ਦੇਖੋ ਇਹ ਦੱਸਦਾ ਹੈ ਵੀ ਜੇ ਬਹੁਜਨ ਸਮਾਜ ਇਕੱਠਾ ਹੋ ਜਾਵੇ ਤਾਂ ਤੁਸੀਂ ਸੱਤਾ ਲੈ ਸਕਦੇ। ਬਿਲਕੁਲ ਬਿਲਕੁਲ ਲੈ ਸਕਦੇ ਜੀ, ਬਿਲਕੁਲ ਲੈ ਸਕਦੇ। ਕਿਉਂਕਿ ਜਿਹੜੇ ਇਹਦੇ ਵਾਸਤੇ ਪਹਿਲਾਂ ਸੋਚਿਆ ਹੀ ਨਹੀਂ ਸੀ, ਕਿਉਂਕਿ ਲੋਕਾਂ ਦੀ ਇਹੀ ਸੋਚ ਸੀ ਵੀ ਮਨਾਂ 'ਚ ਬੈਠਾ ਸੀ ਵੀ ਕਾਂਗਰਸ ਦਾ ਸਦਾ ਹਮੇਸ਼ਾ ਹੀ ਰਾਜ ਰਹਿਣਾ। ਇੱਥੇ ਸੀ ਔਰ ਉਹ ਜਾਨੀ ਉਹਨਾਂ ਦੇ ਚਮਚੇ ਬਣ ਕੇ ਖੁਸ਼ ਸੀ। ਇੱਥੇ ਸੀ ਪਰ ਉਹ ਮਾਨਵਰ ਕਾਂਸ਼ੀ ਰਾਮ ਨੇ ਸਾਬਤ ਕਰ ਦਿੱਤਾ ਵੀ ਦੇਖੋ ਜੇ ਤੁਸੀਂ ਬਹੁਜਨ ਸਮਾਜ ਦਾ ਨਿਰਮਾਣ ਕਰਦੇ ਆ ਤਾਂ ਤੁਸੀਂ ਭਾਰਤ ਦੇ ਸ਼ਾਸਕ ਬਣ ਸਕਦੇ। ਬਿਲਕੁਲ ਬਿਲਕੁਲ ਬਿਲਕੁਲ, ਜਿਵੇਂ ਸੋਚਣਾ ਤੁਸੀਂ ਹੀ ਆ। ਹਾਂਜੀ। ਹੁਣ ਤੁਸੀਂ ਦੇਖੋ ਵੀ ਉਹਨੇ ਥੋੜੇ ਸਮੇਂ ਦੇ ਵਿੱਚ ਕਿੰਨੇ ਕੰਮ ਕੀਤੇ। ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਦੇਖ ਲਓ ਵੀ ਉੱਥੇ ਜਾਣੀ ਮਤਲਬ ਜਿੰਨੇ ਵੀ ਜੋ ਕੁਝ ਉਹਨੇ ਕੀਤਾ ਵੀ ਜਿਹੜੇ ਬਹੁਜਨ ਸਮਾਜ ਦੇ ਨਾਇਕ ਸੀ ਉਹਨਾਂ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਸੀ, ਹੋਰ ਹੀ ਜਗ੍ਹਾ ਬਣਾਈ ਜਾਂਦੇ ਸੀ। ਤੁਸੀਂ ਦੇਖੋ ਵੀ ਉਹਨੇ ਉਹਨਾਂ ਦੇ ਨਾਮ ਜਾਨੀ ਇਤਿਹਾਸ ਪੈਦਾ ਕੀਤਾ, ਉਹਨਾਂ ਦੇ ਨਾਮ ਤੇ ਜ਼ਿਲ੍ਹੇ ਬਣਾਏ, ਸੜਕਾਂ ਬਣਾਈਆਂ, ਕਾਲਜ ਬਣਾਏ, ਯੂਨੀਵਰਸਿਟੀਆਂ ਬਣਾਈਆਂ। ਔਰ ਉਹ ਉੱਥੇ ਹੀ ਦੱਸ ਦਿੱਤਾ ਵੀ ਜਿਹੜੀ ਬਹੁਜਨ ਸਮਾਜ ਦੀ ਮੂਵਮੈਂਟ ਕੀ ਹੈ। ਕਿਉਂਕਿ ਦੇਖੋ ਵੀ ਪਹਿਲਾਂ ਸਭ ਤੋਂ ਵੱਡੀ ਗੱਲ ਆ ਵੀ ਮਾਨਵਰ ਕਾਂਸ਼ੀ ਰਾਮ ਨੇ ਕਿਹਾ ਸੀ ਵੀ ਜੋ ਸਰਕਾਰੀ ਜ਼ਮੀਨ ਹੈ ਉਹ ਹਮਾਰੀ ਹੈ। ਜਿਹੜੇ ਲੋਕ ਸੜਕਾਂ ਤੇ ਸੌਂਦੇ ਆ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਤੁਸੀਂ ਤੇ ਉਹਨੀ ਉਹ ਜਗ੍ਹਾ ਜਾਣੀ ਉਹਨਾਂ ਲੋਕਾਂ ਨੂੰ ਵੰਡੀ ਔਰ ਵੰਡ ਕੇ ਉਸ ਵੇਲੇ ਉਹਨਾਂ ਦੇ ਇੰਤਕਾਲ ਕੀਤੇ, ਕਬਜ਼ੇ ਕੀਤੇ। ਸੋ ਜਿਹੜਾ ਅੱਜ ਦਾ ਦਿਨ ਆ ਇਹ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੀ ਲੰਬੀ ਉਮਰ ਹੋਵੇ, ਇਹਦੇ ਸਿਹਤਮਈ ਜੀਵਨ ਦੀ ਕਾਮਨਾ ਕਰਦੇ ਹਾਂ। ਇਹਦੇ ਨਾਲ ਹੀ ਚੌਹਾਨ ਸਾਹਿਬ ਜਿਹੜਾ ਕਿਉਂਕਿ ਆਪਣਾ ਜਿਹੜਾ ਲੋਹੜੀ ਦਾ ਤਿਉਹਾਰ ਹੈਗਾ ਜਿਹੜਾ ਲੰਘ ਕੇ ਗਿਆ ਹੁਣ ਅਜੇ 13 ਨੂੰ, ਹਾਂਜੀ, ਕਿਉਂਕਿ ਉਹ ਵੀ ਮੈਂ ਸਮਝਦਾ ਬੜਾ ਮਹੱਤਵਪੂਰਨ ਦਿਨ ਹੈਗਾ, ਉਹਦੇ ਬਾਰੇ ਵੀ ਕੁਝ ਥੋੜਾ ਜਿਹਾ ਬਰੀਫਲੀ ਜਨ ਕੇ ਸਾਨੂੰ ਦੱਸੋ। ਦੇਖੋ ਜਿਹੜਾ ਕੋਈ ਵੀ ਤਿਉਹਾਰ ਹੈ ਉਹਦਾ ਮਹੱਤਵ ਸਮਝਣਾ ਚਾਹੀਦਾ। ਹਾਂਜੀ, ਕਿਉਂਕਿ ਲੋਕ ਉਹਦਾ ਮਹੱਤਵ ਭੁੱਲ ਜਾਂਦੇ ਆ। ਕਿਉਂਕਿ ਉਹ ਜਿਹੜਾ ਦੁੱਲਾ ਭੱਟੀ ਦੇ ਬਾਰੇ ਵੀ ਇਹ ਵੀ ਹੈਗਾ ਵੀ ਉਸ ਵੇਲੇ ਕਾਨੂੰਨ ਦੀ ਵਿਵਸਥਾ ਬਹੁਤ ਖਰਾਬ ਸੀ। ਜਿਹੜੇ ਗਰੀਬ ਸੀ ਉਹਨਾਂ ਦੀਆਂ ਸੁੰਦਰ ਲੜਕੀਆਂ ਨੂੰ ਲੋਕ ਉਦਾਂ ਹੀ ਚੁੱਕ ਕੇ ਲੈ ਜਾਂਦੇ ਸੀ। ਬਿਲਕੁਲ ਬਿਲਕੁਲ। ਦੇਖੋ ਕਿੰਨੀ ਮਾੜੀ ਗੱਲ ਹੈ ਵੀ ਜਿਹੜੀ ਔਰਤਾਂ ਨਾਲ ਲਈ ਤਾਂ ਕਾਨੂੰਨ ਚੰਗਾ ਚਾਹੀਦਾ। ਇਹ ਥੋੜਾ ਵੀ ਜੇ ਕੋਈ ਬੰਦੇ ਕੋਲ ਜ਼ਮੀਨ ਹੈ ਉਹ ਗਰੀਬ ਦੀ ਲੜਕੀ ਚੁੱਕ ਕੇ ਲੈ ਜਾਵੇ। ਪਰ ਉਹ ਏਦਾਂ ਵੀ ਕਾਨੂੰਨ ਵਿਵਸਥਾ ਬਹੁਤ ਖਰਾਬ ਸੀ। ਪਰ ਉਸ ਸਮੇਂ ਦੇ ਮੁਤਾਬਿਕ ਦੁੱਲਾ ਭੱਟੀ ਨੇ ਜੋ ਕਾਰਜ ਕੀਤਾ ਉਹ ਬਹਾਦਰੀ ਵਾਲਾ ਕੰਮ ਹੈ। ਬਿਲਕੁਲ ਬਿਲਕੁਲ, ਬਹੁਤ ਮਾਣ ਵਾਲੀ ਗੱਲ ਹੈ। ਨਹੀਂ ਦੇਖੋ ਉਹਨੇ ਕਿਉਂਕਿ ਉਹਨਾਂ ਦੀਆਂ ਤਾਂ ਕੋਈ ਰਿਸ਼ਤੇਦਾਰ ਲੱਗਦੀਆਂ ਹੀ ਨਹੀਂ ਸੀ, ਬਿਲਕੁਲ ਨਹੀਂ ਸੀ। ਕਿਉਂਕਿ ਉਹ ਨਾਰੀ ਜਾਤੀ ਦੇ ਸਮਾਨ ਨੂੰ ਬਚਾਇਆ। ਔਰ ਭੈਣ ਜੀ ਨੇ ਵੀ ਏਦਾਂ ਹੀ ਕੀਤੀ। ਕਿਉਂਕਿ ਭੈਣ ਜੀ ਨੇ ਕਿਹਾ ਵੀ ਜਿਹੜੀਆਂ ਸਾਰੀਆਂ ਨਾਰੀਆਂ ਨੂੰ ਪੜ੍ਹਨਾ ਚਾਹੀਦਾ। ਵੀ ਜਿਹੜੇ ਮਨੂ ਦੇ ਕਾਨੂੰਨ ਨੇ ਜਾਨੀ ਨਾਰੀ ਜਾਤੀ ਨੂੰ ਇੰਨਾ ਗਿਰਾਤਾ ਉਹ ਅਨਪੜ੍ਹ ਰਹਿ ਗਈ। ਪਰ ਚੌਹਾਨ ਸਾਹਿਬ ਜਿਹੜਾ ਇਹ ਆਪਾਂ ਡਰਾਮਾ ਸ਼ੁਰੂ ਕਰਤਾ ਉਸ ਤੋਂ ਬਾਅਦ ਲੈ ਵੀ ਸਿਰਫ ਮੁੰਡੇ ਦੀ ਲੋਹੜੀ ਪਾਉਣੀ ਆ, ਮੁੰਡੇ ਦੇ ਵਿਆਹ ਦੀ ਪਾਉਣੀ ਆ,
ਉਹ ਜਿਹੜੀ ਗੱਲ ਵਿੱਚੋਂ ਦੁੱਲੇ ਨੇ ਸ਼ੁਰੂ ਕੀਤੀ ਸੀ ਲੈ ਵੀ ਦੁੱਲੇ ਨੇ ਧੀ ਵਿਆਹੀ ਸ਼ੇਰ ਸ਼ੱਕਰ ਪਾਈ ਸੁੰਦਰੀਏ ਨਹੀਂ ਮੁੰਦਰੀਏ 2 ਲੜਕੀਆਂ ਨੂੰ ਬਚਾ ਕੇ ਲਿਆਂਦਾ ਉਹ ਗੱਲ ਤਾਂ ਵਿੱਚੋਂ ਖਾਰਜੀ ਹੋ ਗਈ ਸਾਰੀ ਅੱਜ ਕੱਲ੍ਹ ਤਾਂ। ਦੇਖੋ ਜਿਹੜੇ ਭਾਰਤ ਦੇ ਲੋਕ ਆ ਇੱਕ ਤਾਂ ਉੱਥੇ ਜਿਹੜਾ ਮਰਦ ਪ੍ਰਧਾਨ ਸਮਾਜ ਆ ਕਿਉਂਕਿ ਔਰਤ ਨੂੰ ਜਾਨੀ ਜਿਹੜੇ ਹਿੰਦੂਆਂ ਦੇ ਗ੍ਰੰਥਾਂ ਦੇ ਵਿੱਚ ਸ਼ੂਦਰ ਮੰਨਿਆ ਗਿਆ ਉਹਨਾਂ ਨੂੰ ਪੜ੍ਹਨ ਤਾਂ ਦਿੱਤਾ ਹੀ ਨਹੀਂ ਗਿਆ। ਹਾਂਜੀ ਹਾਂਜੀ ਉਹਨਾਂ ਨੂੰ ਇਹੀ ਕਿਹਾ ਗਿਆ ਵੀ ਤੁਸੀਂ ਮਰਦ ਦੇ ਥੱਲੇ ਰਹਿਣਾ ਹਮੇਸ਼ਾ ਹੀ ਪਹਿਲਾਂ ਬਚਪਨ ਦੇ ਵਿੱਚ ਬਾਅਦ ਦੇ ਵਿੱਚ ਵਿਆਹ ਤੋਂ ਬਾਅਦ ਔਰ ਪਹਿਲਾਂ ਇਹੀ ਸੋਚਿਆ ਜਾਂਦਾ ਵੀ ਉਹਦੀ ਸ਼ਾਦੀ ਹੋ ਜਾਵੇ ਕਿਉਂਕਿ ਬਾਅਦ ਦੇ ਵਿੱਚ ਉਹ ਦੂਸਰੇ ਘਰ ਚਲੇ ਜਾਂਦੀ ਹੈ। ਪਰ ਇਸ ਕਰਕੇ ਜਿਹੜੇ ਉਹ ਵੱਡੀ ਤਾਂ ਗੱਲ ਹੈ ਵੀ ਲੋਹੜੀ ਤੋਂ ਤਾਂ ਇਹ ਸਿੱਖਣਾ ਚਾਹੀਦਾ ਵੀ ਜੋ ਕੁਝ ਦੁੱਲੇ ਪੱਟੀ ਨੇ ਕੀਤਾ ਬਿਲਕੁਲ ਕੀ ਅੱਜ ਲੋਕ ਕਰ ਰਹੇ ਮੈਂ ਉਸੇ ਗੱਲ ਤੇ ਸੀ ਆ ਰਿਹਾ। ਹਾਂਜੀ ਹਾਂਜੀ ਤੁਸੀਂ ਦੇਖੋ ਵੀ ਉੱਤਰ ਪ੍ਰਦੇਸ਼ ਦੇ ਵਿੱਚ ਇੰਨੇ ਬਲਾਤਕਾਰ ਹੋ ਰਹੇ ਆ ਉਹ ਸਰਕਾਰ ਸੁਣਦੀ ਨਹੀਂ ਉਹ ਸਰਕਾਰ ਬਲਾਤਕਾਰੀਆਂ ਦੇ ਨਾਲ ਖੜੀ ਹੈ। ਜੇ ਸੁਪਰੀਮ ਕੋਰਟ ਕਹਿੰਦਾ ਉਹ ਵੀ ਉਹਦੀ ਵੀ ਨਹੀਂ ਮੰਨਦੇ ਪੁਲਿਸ ਵੀ ਨਹੀਂ ਕੁਛ ਕਰਦੀ। ਜੇ ਮਤਲਬ ਇਹ ਹੈਗੀ ਵੀ ਦੁੱਲਾ ਭੱਟੀ ਨੇ ਜੋ ਕਾਰਜ ਕੀਤਾ ਸੀ ਉਹ ਸਹੀ ਕਾਰਜ ਸੀ। ਉਹਨੇ ਤਾਂ ਜੀ ਦੋ ਤਿੰਨ ਗੱਲਾਂ ਯਾਨੀ ਕਿ ਜਿਹੜੀਆਂ ਚੌਹਾਨ ਸਾਹਿਬ ਮੈਨੂੰ ਯਾਨੀ ਕਿ ਬਹੁਤ ਟੁੱਭੀਆਂ। ਇੱਕ ਤਾਂ ਸਰਕਾਰ ਦੇ ਖਿਲਾਫ ਯਾਨੀ ਕਿ ਉਹਨੇ ਵੀ ਉਹਦੇ ਬਾਪ ਨੇ ਵੀ ਉਹਦੇ ਬਾਬੇ ਨੇ ਵੀ ਯਾਨੀ ਕਿ ਝੰਡਾ ਚੱਕਿਆ ਸੀ ਚਾਹੇ ਉਹਨਾਂ ਨੂੰ ਸਿਆਵਾਂ ਵੀ ਦਿੱਤੀਆਂ ਉਹਨਾਂ ਨੂੰ ਟੰਗ ਦਿੱਤਾ ਉੱਥੇ ਫਲਾਣੇ ਕਈ ਕੁਛ ਕੀਤਾ ਜ਼ੁਲਮ ਕੀਤਾ ਪਰ ਉਹਨੇ ਕਹਿ ਲਿਆ ਟੈਕਸ ਨਹੀਂ ਦੇਣਾ ਮੈਂ ਤੁਹਾਨੂੰ ਅਤੇ ਉਹਨੇ ਟੈਕਸ ਯਾਨੀ ਕਿ ਦਿੱਤਾ ਨਹੀਂ ਹੈ। ਫਿਰ ਅਮੀਰਾਂ ਨੂੰ ਯਾਨੀ ਕਿਹੜਾ ਹੈਗਾ ਲੁੱਟ ਕੇ ਅਤੇ ਗਰੀਬਾਂ ਵਿੱਚ ਬਣਦਾ ਸੀ ਉਹ। ਅਤੇ ਮੈਂ ਸਮਝਦਾ ਵੀ ਉਹ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਆਪਣੇ ਨੋਟਿੰਗਮ ਵਿੱਚ ਰੋਬਿਨ ਹੁੱਡ ਹੈ ਇੱਥੇ ਇੰਗਲੈਂਡ ਵਿੱਚ ਇੱਦਾਂ ਦਾ ਯਾਨੀ ਕਿ ਸਾਡਾ ਉਹ ਵੀਰ ਯੋਧਾ ਸੀਗਾ ਰੋਬਿਨ ਹੁੱਡ ਯਾਨੀ ਕਿ ਜਿਹਨੇ ਦੇਖੋ ਉਹ ਤਾਂ ਜੋ ਕੁਝ ਉਹਨੇ ਉਸ ਵੇਲੇ ਇਤਿਹਾਸ ਰਚਿਆ। ਹਾਂਜੀ ਹਾਂਜੀ ਭਾਰਤ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਆ ਵੀ ਜਿਹੜੇ ਲੜਕੀਆਂ ਦੇ ਰੇਪ ਹੁੰਦੇ ਆ ਉਹਨਾਂ ਦਾ ਕੋਈ ਕੇਸ ਵਕੀਲ ਲੜਨ ਨੂੰ ਤਿਆਰ ਨਹੀਂ। ਜਿਹੜਾ ਮੁਨਸ਼ੀ ਪ੍ਰੇਮ ਚੰਦ ਨੇ ਵੀ ਨਾਵਲ ਲਿਖਿਆ ਨਿਰਮਲਾ ਬਿਲਕੁਲ ਉਹ ਨਿਰਮਲਾ ਉਹ ਲੜਕੀ ਹੁੰਦੀ ਆ ਵੀ ਉਹਦਾ ਬਾਪ ਵਕੀਲ ਹੁੰਦਾ ਉਹਨੇ ਜਾਣੀ ਉਹ ਜਿਹੜੇ ਬਹੁਤਿਆਂ ਨੂੰ ਸਜ਼ਾ ਦਵਾਈ ਸੀ ਉਹਨੇ ਉਹਨੂੰ ਮਾਰ ਦਿੱਤਾ। ਉਹ ਜਿਹੜੀ ਉਹ ਨਿਰਮਲਾ ਤਦੇ ਇੱਕ ਬੁੱਢੇ ਨਾਲ ਵਿਆਹਣੀ ਪਈ ਗਰੀਬ ਕਰਕੇ। ਇਸ ਕਰਕੇ ਜਗ੍ਹਾ ਜਗ੍ਹਾ ਤੇ ਭਾਰਤ ਦੇ ਵਿੱਚ ਨਾਰੀ ਦਾ ਅਪਮਾਨ ਹੁੰਦਾ। ਇਸ ਕਰਕੇ ਜ਼ਰੂਰੀ ਆ ਵੀ ਜਿਹੜਾ ਕੋਈ ਵੀ ਤਿਉਹਾਰ ਆ ਉਹ ਤੋਂ ਕੋਈ ਸਿੱਖਿਆ ਲੈਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਚੌਹਾਨ ਸਾਹਿਬ। ਜੈ ਭੀਮ ਜੈ ਭਾਰਤ ਬਹੁਤ ਮਿਹਰਬਾਨੀ ਜੈ ਭੀਮ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ ਜਿਹੜੇ ਕਿ ਇੱਕ ਕਿਸਮ ਦਾ ਜਿਸ ਤਰ੍ਹਾਂ ਮੈਂ ਕਹਿਣਾ ਹੁੰਦਾ ਬਈ ਇਹ ਤਾਂ ਤੁਰਦੇ ਫਿਰਦੇ ਐਨਸਾਈਕਲੋਪੀਡੀਆ ਹੈ। ਜਿਸ ਤਰ੍ਹਾਂ ਇਹਨਾਂ ਨੇ ਕੁਮਾਰੀ ਮਾਇਆਵਤੀ ਜੀ ਬਾਰੇ ਜਾਣੀ ਬਹੁਤ ਡਿਟੇਲ ਵਿੱਚ ਸਾਨੂੰ ਦੱਸਿਆ ਫਿਰ ਜੋ ਸਾਨੂੰ ਲੋਹੜੀ ਬਾਰੇ ਵੀ ਦੱਸਿਆ ਕਿਉਂਕਿ ਮੈਂ ਮਹਿਸੂਸ ਕਰਦਾ ਲੈ ਵੀ ਜਿਹੜਾ ਸਾਡਾ ਨਰੋਇਆ ਸੱਭਿਆਚਾਰ ਹੈ ਪੰਜਾਬ ਦਾ ਉਹਦੇ ਬਾਰੇ ਅਸੀਂ ਕਈ ਵਾਰੀ ਗੱਲ ਨਹੀਂ ਕਰਦੇ ਅਤੇ ਜਿਹੜੇ ਫੈਕਸ਼ਨ ਫਿਗਰਸ ਹੁੰਦੇ ਹੈਗੇ ਆ ਉਹਨਾਂ ਨੂੰ ਅਸੀਂ ਡਿਸਟੋਰਟ ਕਰ ਦਿੰਦੇ ਹੈਗੇ ਆ ਅਤੇ ਉਹ ਸਾਨੂੰ ਤੋੜ ਮਰੋੜ ਕੇ ਜਦੋਂ ਪੇਸ਼ ਕੀਤੇ ਜਾਂਦੇ ਹੈਗੇ ਤਾਂ ਉਹਦਾ ਇਮੇਜ ਸਾਨੂੰ ਕੁਛ ਦਾ ਕੁਛ ਜਾਣੀ ਕਿ ਮਿਲਦਾ ਹੈਗਾ ਅਤੇ ਉਹਦੀਆਂ ਜਾਣੀ ਕਿ ਜੋ ਕੁਛ ਕਰਤੂਤਾਂ ਜਾਣੀ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਸੀਂ ਕਰਦੇ ਹੈਗੇ ਆ ਕੁੜੀਆਂ ਨੂੰ ਪੇਟ ਵਿੱਚ ਮਾਰ ਦੇਣਾ ਜਾਂ ਕਿਹੜਾ ਹੈਗਾ ਕੁੜੀਆਂ ਦੀ ਲੋਹੜੀ ਨਹੀਂ ਪਾਉਣੀ ਮੁੰਡਿਆਂ ਦੀ ਲੋਹੜੀ ਜਾਣੀ ਕਿ ਪਾਉਣੇ ਹੈਗੇ ਆ ਇਹ ਜਾਣੀ ਕਿਹੜਾ ਮਰਦ ਪ੍ਰਧਾਨ ਸਮਾਜ ਹੈ ਚਾਹੇ ਜਾਣੀ ਕਿ ਕੁਛ ਲੋਕੀ ਜਿਹੜਾ ਹੈਗਾ ਉਹ ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲਦੇ ਆ ਵੈਲਕਮ ਹੈ ਜੀ। ਹੈਲੋ ਜੀ ਗੁੱਡ ਆਫਟਰ ਈਵਨਿੰਗ। ਹਾਂਜੀ ਗੁੱਡ ਈਵਨਿੰਗ ਜੀ ਕੀ ਕਹਿਣਾ ਚਾਹੋਗੇ ਤੁਸੀਂ ਲੋਹੜੀ ਬਾਰੇ? ਤੁਹਾਡੇ ਲੋਹੜੀ ਦੇ ਤਿਉਹਾਰ ਤੇ ਅੱਜ ਬਹੁਤ ਸੋਹਣਾ ਜਿਹੜੇ ਪਹਿਲੇ ਕਾਲਰ ਸੀ ਬਹੁਤ ਸੋਹਣਾ ਕੁਝ ਕਹਿ ਕੇ ਗਏ ਆ। ਹਾਂਜੀ ਹਾਂਜੀ ਕਿਉਂਕਿ ਸਾਨੂੰ ਇੰਨੀਆਂ ਗੱਲਾਂ ਦਾ ਨਹੀਂ ਸੀ ਪਤਾ ਵੀ ਇਹ ਲੋਹੜੀ ਕਿੱਦਾਂ ਮਨਾਈ ਜਾਂਦੀ ਆ ਪਰ ਜਦੋਂ ਤੁਸੀਂ ਗੱਲਬਾਤ ਕਰਦੇ ਆ ਜਾਂ ਟੈਲੀਵਿਜ਼ਨ ਤੇ ਜਾਂ ਤੁਸੀਂ ਬੁੱਕਾਂ 'ਚ ਪੜ੍ਹਦੇ ਆ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਇਹ ਲੋਹੜੀ ਦਾ ਤਿਉਹਾਰ ਇੰਨਾ ਮਹੱਤਵਪੂਰਨ ਕਿਉਂ ਆ। ਜਿੱਦਾਂ ਅਕਬਰ ਸ਼ਾਸਨ ਦਾ ਜਿਹੜਾ ਉਹ ਸੀਗਾ ਦੁੱਲਾ ਭੱਟੀ ਵਾਲਾ ਉਹਨੂੰ ਚੋਰ ਕਹਿੰਦੇ ਸੀਗੇ ਤਾਂ ਉਹ ਅਮੀਰਾਂ ਦਾ ਧਨ ਚੁਰਾ ਕੇ ਤਾਂ ਉਹ ਗਰੀਬਾਂ ਨੂੰ ਦਿੰਦਾ ਸੀਗਾ। ਤੇ ਜਿੱਦਾਂ ਕਿ ਇੱਕ ਬ੍ਰਾਹਮਣ ਦੀਆਂ 2 ਕੁੜੀਆਂ ਸੀ ਸੁੰਦਰ ਮੁੰਦਰੀਏ ਮੇਰਾ ਕੌਣ ਵਿਚਾਰਾ ਤੇ ਉਹ ਕੁੜੀਆਂ ਜਿਹੜੀਆਂ ਬਹੁਤ ਸੁੰਦਰ ਸੀਗੀਆਂ ਤਾਂ ਕਿਉਂਕਿ ਹਾਕਮ ਜਿਹੜਾ ਸੀਗਾ ਉਹਨੂੰ ਪਤਾ ਜਦੋਂ ਲੱਗਾ ਵੀ ਕੁੜੀਆਂ ਬ੍ਰਾਹਮਣ ਦੀਆਂ ਬਹੁਤ ਸੁੰਦਰ ਆ ਤੇ ਮੈਂ ਇਹਨਾਂ ਨੂੰ ਜਾ ਕੇ ਚੱਕ ਲੈਣਾ ਆ ਤਾਂ ਵੀ ਮੈਂ ਆਪਣੇ ਕੋਲ ਹੀ ਇਹਨਾਂ ਨੂੰ ਰੱਖਣਾ ਆ। ਪਰ ਜਦੋਂ ਫਿਰ ਉਹਨੂੰ ਬ੍ਰਾਹਮਣ ਨੂੰ ਪਤਾ ਲੱਗਾ ਵੀ ਉਹ ਕਹਿੰਦਾ ਵੀ ਮੇਰੀ ਇੱਜ਼ਤ ਆ ਮੇਰੀਆਂ ਕੁੜੀਆਂ ਇਹ ਚੱਕ ਕੇ ਲੈ ਜਾਊਗਾ ਤਾਂ ਵੀ ਜਿੱਥੇ ਮੈਂ ਮੰਗੀਆਂ ਹੋਈਆਂ ਤਾਂ ਉੱਥੇ ਵਿਆਹ ਮੈਂ ਕਿੱਦਾਂ ਕਰੂੰਗਾ ਉਹਨਾਂ ਦਾ ਕਹਿੰਦਾ ਪਰ ਮੈਂ ਬੜਾ ਗਰੀਬ ਆ ਜਿਹੜਾ ਕਿ ਮੈਂ ਵਿਆਹ ਨਹੀਂ ਕਰ ਸਕਦਾ ਹਜੇ ਕਿਉਂਕਿ ਮੇਰੇ ਤੋਂ ਇੰਨਾ ਪੈਸਾ ਨਹੀਂ ਹੈ। ਉਹਨੂੰ ਇੱਕ ਆਣ ਕੇ ਇੱਕ ਆਦਮੀ ਕਹਿੰਦਾ ਵੀ ਤੂੰ ਏਦਾਂ ਕਰ ਵੀ ਤੂੰ ਦੁੱਲਾ ਭੱਟੀ ਵਾਲੇ ਕੋਲ ਜਾ ਉਹ ਤੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰੂਗਾ। ਉਹ ਦੁੱਲਾ ਭੱਟੀ ਵਾਲੇ ਕੋਲ ਜਾਂਦਾ ਉਹ ਕਹਿੰਦਾ ਕੋਈ ਵਰੀ ਦੀ ਗੱਲ ਨਹੀਂ ਹੈ ਕਹਿੰਦਾ ਅਸੀਂ ਆਪੇ ਤੇਰਾ ਸਾਰਾ ਅਰੇਂਜ ਕਰ ਦੇਵਾਂਗੇ ਤੇਰੇ ਨਾਲ 2 ਬੰਦੇ ਭੇਜ ਦਿੰਨੇ ਆ 2 ਅਸੀਂ ਕੱਲ ਨੂੰ ਆਣ ਕੇ ਤਾਂ ਤੇਰੇ ਜਿਹੜੀਆਂ ਕੁੜੀਆਂ ਦਾ ਵਿਆਹ ਅਸੀਂ ਅੱਜ ਹੀ ਕਰ ਦੇਣਾ ਕੱਲ ਨੂੰ ਅਸੀਂ ਵੇਟ ਹੀ ਨਹੀਂ ਕਰਦੇ ਕਿਉਂਕਿ ਕੱਲ ਉਹਨੇ ਆਉਣਾ ਆ। ਉਹ ਕਹਿੰਦਾ ਠੀਕ ਆ ਉਹ ਉਹਨਾਂ ਨੂੰ ਲੈ ਜਾਂਦਾ 2 ਬੰਦਿਆਂ ਨੂੰ ਉਹ ਜਾ ਕੇ ਜਿਹੜਾ ਦੁੱਲਾ ਭੱਟੀ ਵਾਲਾ ਤੇ ਇੱਕ ਹੋਰ ਜਿਹੜਾ ਉਹ ਲੋਕਾਂ ਦੇ ਘਰੇ ਚੋਰੀ ਚਾਰੀ ਕਰਕੇ ਜਿਹਨਾਂ ਦੇ
ਵਿਆਹ ਹੋਏ ਹੁੰਦੇ ਉਹਨਾਂ ਦੇ ਕੱਪੜੇ ਚੁੱਕ ਲਿਆਉਂਦਾ ਆ, ਜਿਹਨਾਂ ਦੇ ਮੁੰਡੇ ਕੁੜੀਆਂ ਹੋਈਆਂ ਹੁੰਦੀਆਂ ਉਹਨਾਂ ਦੇ ਉਹ ਜਿੱਦਾਂ ਵੀ ਮਠਿਆਈਆਂ ਚੱਕ ਕੇ ਤਾਂ ਉਹਦਾ ਜਿਹੜਾ ਕੰਮ ਸਾਰ ਦਿੰਦਾ। ਬਾਅਦ 'ਚ ਉਹ ਕਹਿੰਦਾ ਵੀ ਮੇਰੇ ਤੋਂ ਹੋਰ ਤਾਂ ਕੁਛ ਲੈਣ ਨੂੰ ਹੈ ਨੀਗਾ। ਦੁੱਲਾ ਭੱਠੀ ਵਾਲਾ ਕਹਿੰਦਾ ਵੀ ਮੈਂ ਇੱਕ ਸੇਰ ਸ਼ੱਕਰ ਦੇ ਸਕਦਾ ਨਾ ਕੁੜੀਆਂ ਨੂੰ, ਵੀ ਇਹੀ ਮੇਰੇ ਕੋਲ ਹੈਗੀ। ਉਹ ਸੇਰ ਸ਼ੱਕਰ ਦੇ ਕੇ ਹੀ ਉਹ ਕੁੜੀਆਂ ਨੂੰ ਜਿਹੜਾ ਵਿਦਾ ਕਰ ਦਿੰਦਾ। ਜਿਹੜਾ ਕਿ ਏਦਾਂ ਦੇ ਵੀ ਲੋਕ ਹੁੰਦੇ ਸੀ ਜਿਹੜੇ ਕਿ ਗੋਰਿਆਂ ਦੇ ਆਪਣੇ ਜਿਹੜੇ ਅਮੀਰਾਂ ਦੇ ਕੋਲੋਂ ਪੈਸੇ ਲੁੱਟ ਕੇ ਤਾਂ ਉਹ ਉਹਨਾਂ ਦੇ ਗਰੀਬਾਂ ਦੇ ਵਿੱਚ ਵੰਡਦੇ ਸੀ, ਜਿਨ੍ਹਾਂ ਦੇ ਕਿ ਕੋਈ ਕੰਮ ਏਦਾਂ ਦੇ ਜਿਹੜੇ ਰਹੇ ਹੋਏ ਸੀ ਜਿਹੜੇ ਕਿ ਉਹ ਪੂਰੇ ਕਰਦਾ ਸੀ। ਹਾਂਜੀ, ਤਾਂ ਫਿਰ ਉਹੀ ਤੇ ਲੋਹੜੀ ਦੇ ਤਿਉਹਾਰ ਜਿਹੜੇ ਹੈਗੇ ਆ। ਨਾਲੇ ਦੂਜੇ ਪਾਸੇ ਇਹ ਹੈਗਾ ਜਦੋਂ ਆਪਣਾ ਇਹ ਸ਼ੁਰੂ ਹੁੰਦਾ ਆ ਸਰਦੀਆਂ ਸ਼ੁਰੂ ਹੁੰਦੀਆਂ ਹੈਗੇ ਆ ਮਹੀਨਾ ਪੋਹ ਦਾ, ਉਦੋਂ ਇੱਕ ਦਿਨ ਪਹਿਲਾਂ ਹੀ ਇਹ ਜਿਹੜੀ ਹੈਗਾ ਮਨਾਈ ਜਾਂਦੀ ਆ, ਕਿਉਂਕਿ ਉਸ ਟਾਈਮ ਤੇ ਭਰ ਸਰਦੀ ਹੁੰਦੀ ਆ ਤੇ ਨਾਲੇ ਫਿਰ ਬਾਅਦ ਦੇ ਵਿੱਚ ਦਿਨ ਵੱਡੇ ਹੋਣ ਲੱਗ ਪੈਂਦੇ ਆ ਹਨਾ। ਇਸ ਕਰਕੇ ਇਹਦੇ ਨਾਲ ਕਈ ਜੁੜੀਆਂ ਹੋਈਆਂ ਕਹਾਣੀਆਂ ਆ। ਤੇ ਲੋਕੀ ਅੱਜ ਕੱਲ ਤਾਂ ਜਿਹਨਾਂ ਦੇ ਮੁੰਡੇ ਜਾਂ ਵਿਆਹ ਹੋਏ ਹੁੰਦੇ, ਈਵਨ ਹੁਣ ਤਾਂ ਕੁੜੀਆਂ ਹੁਣ ਉੱਥੇ ਵੀ ਜਿਹੜੀ ਹੈਗੀ ਲੋਹੜੀ ਮਨਾਉਂਦੇ, ਆਪਣੀਆਂ ਖੁਸ਼ੀਆਂ ਮਨਾਉਂਦੇ ਆ, ਭੰਗੜੇ ਪਾਉਂਦੇ ਆ। ਵੀ ਇਹ ਬੜਾ ਪੰਜਾਬ ਦਾ ਜਿਹੜਾ ਹੈਗਾ ਆ ਇਹ ਬੜਾ ਕਹਿੰਦਾ ਕਹਾਉਂਦਾ ਤਿਉਹਾਰ ਆ, ਜਿਹੜੇ ਕਿ ਸਾਨੂੰ ਵੀ ਬਚਪਨਾ ਯਾਦ ਆ ਜਾਂਦਾ ਉਸ ਟਾਈਮ ਦਾ। ਵੀ ਇਹ ਲੋਹੜੀ ਜਿਹੜੀ ਸੀਗੀ ਬਹੁਤ ਮਹੱਤਵਪੂਰਨ ਸੀ ਸਾਡੇ ਵਾਸਤੇ। ਬੜਾ ਚਾਅ ਹੁੰਦਾ ਸੀ ਵੀ ਅਸੀਂ ਲੋਹੜੀ ਜਾ ਕੇ ਮੰਗਣੀ ਆ ਤਾਂ ਫਿਰ ਅਸੀਂ ਗੁੜ ਵੀ ਖਾਣਾ ਤੇ ਅਸੀਂ ਪੈਸੇ ਵੀ ਵੰਡਣੇ ਆ। ਇਹੀ ਬੜੀ ਚੀਜ਼ ਹੁੰਦੀ ਸੀ ਉੱਥੇ। ਤੇ ਬਾਕੀ ਬਹੁਤ ਸੋਹਣਾ ਤੁਹਾਡਾ ਜਾ ਰਿਹਾ ਹੈਗਾ। ਇਜ਼ ਗੁੱਡ ਲੱਕ ਟੂ ਯੂ। ਥੈਂਕ ਯੂ ਜੀ। ਥੈਂਕ ਯੂ। ਓਕੇ ਜੀ, ਓਕੇ ਜੀ, ਬਾਏ ਬਾਏ। ਥੈਂਕ ਯੂ ਜੀ। ਇਹ ਤਾਂ ਸੀ ਚਾਂਦ ਹੋਣੀ ਲੰਡਨ ਤੋਂ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜਿੰਨੇ ਵੀ ਸਾਡੇ ਤਿਉਹਾਰ ਹੈਗੇ ਆ ਉਹਨਾਂ ਦਾ ਮੌਸਮ ਦੀ ਤਬਦੀਲੀ ਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਸੰਬੰਧ ਹੁੰਦਾ। ਅਤੇ ਇਹ ਵੀ ਕਿਉਂਕਿ ਸਿਆਲ ਦੀ ਸ਼ੁਰੂਆਤ ਹੁੰਦੀ ਹੈਗੀ ਆ, ਇਸ ਕਰਕੇ ਅਸੀਂ ਧੂਣੀਆਂ ਸੇਕਦੇ ਹਾਂ ਅਤੇ ਬਾਹਰ ਬੈਠ ਕੇ ਅਸੀਂ ਗੁੜ ਵੀ ਖਾਂਦੇ ਹੈਗੇ ਹਾਂ ਅਤੇ ਨਾਲ ਜਿਹੜਾ ਹੈਗਾ ਤਿਲ ਵੀ ਖਾਂਦੇ ਹਾਂ, ਕਿਉਂਕਿ ਦੋਨੇ ਚੀਜ਼ਾਂ ਇਹ ਗਰਮ ਹੁੰਦੀਆਂ ਹੈਗੀਆਂ ਅਤੇ ਬੋਡੀ ਨੂੰ ਗਰਮ ਕਰਦੇ ਹੈਗੇ ਹਾਂ। ਅਤੇ ਅਸੀਂ ਘਰਾਂ ਵਿੱਚ ਮੰਗਣ ਵੀ ਜਾਂਦੇ ਹੁੰਦੇ ਸੀ। ਤੁਹਾਨੂੰ ਚੇਤਾ ਹੋਣਾ, ਮੈਨੂੰ ਵੀ ਚੇਤਾ ਹੈਗਾ। ਅਤੇ ਕਈ ਦਿਨ ਪਹਿਲਾਂ ਅਸੀਂ ਮੰਗਦੇ ਰਹਿਣਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਨਮਸਕਾਰ ਜੀ। ਹਾਂਜੀ ਨਮਸਕਾਰ। ਮਾਨ ਸਾਹਿਬ, ਕੀ ਕਹਿਣਾ ਚਾਹੋਗੇ ਆਪਣੇ ਅੱਜ ਦੇ ਵਿਸ਼ੇ ਬਾਰੇ? ਦੇਖੋ ਜੀ, ਵਿਸ਼ਾ ਤਾਂ ਤੁਹਾਡਾ ਲੋਹੜੀ ਦਾ। ਪਹਿਲਾਂ ਸਾਰਿਆਂ ਨੂੰ ਲੋਹੜੀ ਦਾ ਲਾਂਘੇ ਵਧਾਈਆਂ ਸਾਰਿਆਂ ਨੂੰ। ਹਾਂਜੀ ਤੇ ਹਾਂਜੀ, ਤੇ ਮਾਨ ਸਾਹਿਬ ਕਰੋ ਗੱਲ। ਹਾਂਜੀ ਮੈਂ ਕਰ ਰਿਹਾ ਗੱਲ ਜੀ। ਤੇ ਮੈਂ ਟੈਲੀਵਿਜ਼ਨ ਆਫ ਕਰ ਲਵਾਂ? ਹਾਂ, ਟੈਲੀਵਿਜ਼ਨ ਕਰ ਲਓ। ਮੈਨੂੰ ਲੱਗਦਾ ਹੋਊਗਾ ਕਿ ਸਵਿਚ ਆਨ ਹੋ ਗਈ ਸੀ। ਹਾਂਜੀ। ਇਹ ਲੋਹੜੀ ਦਾ ਜਨ ਕਿਹੜਾ ਤਿਉਹਾਰ ਸੀਗਾ? ਦੇਖੋ ਚੱਲਿਆ ਆਪਣੇ ਜੇ ਇਹਨੂੰ ਆਪਾਂ ਲਈਏ ਲੈ ਵੀ ਹਾਂ ਜੀ ਮੌਸਮ ਦੀ ਤਬਦੀਲੀ ਸੀ, ਉਸ ਤੋਂ ਬਾਅਦ ਜਿਹੜਾ ਦੁੱਲੇ ਭੱਟੀ ਦਾ ਬਹੁਤ ਵੱਡਾ ਕਿਰਦਾਰ ਪੰਜਾਬੀ ਬੜਾ ਤਕੜਾ ਹੋਇਆ। ਫਿਰ ਇਹਦੇ ਨਾਲ ਤੁਸੀਂ ਇਹ ਦੇਖੋ ਲੈ ਵੀ ਉਹ ਮੁਸਲਿਮ ਭਾਈਚਾਰੇ ਨੂੰ ਬਿਲੋਂਗ ਕਰਦਾ ਸੀਗਾ। ਵੀ ਉਦੋਂ ਹਿੰਦੂ ਸਿੱਖ ਮੁਸਲਿਮ ਯਾਨੀ ਕਿ ਚਲੋ ਸਿੱਖ ਤਾਂ ਮੇਰਾ ਖਿਆਲ ਉਸ ਟਾਈਮ 'ਤੇ ਅਜੇ ਨਹੀਂ ਸੀਗੇ। ਇਹ ਉਸ ਟਾਈਮ 'ਤੇ ਯਾਨੀ ਕਿ ਕਿੰਨਾ ਏਕਤਾ ਸੀ ਲੈ, ਜਿੱਥੇ ਵੀ ਉਹਨੂੰ ਇਨਜਸਟਿਸ ਹੁੰਦਾ ਦਿਸਿਆ ਉਹਦੇ ਖਿਲਾਫ ਯਾਨੀ ਕਿ ਉਹ ਵੀ ਖੜਾ ਹੋਇਆ, ਉਹਦਾ ਬਾਪ ਵੀ ਖੜਾ ਹੋਇਆ, ਉਹਦਾ ਬਾਬਾ ਵੀ ਖੜਾ ਹੋਇਆ। ਮੈਂ ਸਮਝਦਾ ਵੀ ਇਹ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਕਿਰਦਾਰ ਹੈ ਜਿਹੜਾ ਕਿ ਅਸੀਂ ਬਿਲਕੁਲ ਹੀ ਲੋਹੜੀ ਦੇ ਦਿਨ 'ਤੇ ਭੁੱਲ ਜਾਂਦੇ ਹੈਗੇ ਹਾਂ। ਦੇਖੋ ਜੀ, ਉਸ ਵੇਲੇ ਨਾ ਜਿਹੜਾ ਮਾਹੌਲ ਇਹੋ ਜਿਹਾ ਸੀਗਾ, ਜਿਹੜਾ ਬੇਟੀਆਂ ਜੀ ਛੋਟੀਆਂ ਹੁੰਦੀਆਂ ਸੀ ਨਾ, ਤੇ ਲੋਕੀ ਚੰਗਾ ਨਹੀਂ ਸੀ ਸਮਝਦੇ ਕਿ ਬੇਟੀ ਹੋਵੇ ਸਾਡੇ, ਕਿਉਂਕਿ ਉਹਦੀ ਇੱਕ ਕਹਾਣੀ ਸੀ ਪਿੱਛੇ ਕਿ ਜਿਹੜੇ ਰਾਜੇ ਮਹਾਰਾਜੇ ਸੀਗੇ ਨਾ, ਉਹ ਜਿਹੜੀਆਂ ਲੜਕੀਆਂ ਅੱਛੀਆਂ ਸੀਗੀਆਂ, ਚੰਗੀਆਂ ਲੱਗਦੀਆਂ ਸੋਹਣ ਦੇਖਣ ਨੂੰ, ਉਹਨਾਂ ਨੂੰ ਲੈ ਜਾਂਦੇ ਸੀ ਚੱਕ ਕੇ। ਇਸੇ ਕਰਕੇ ਜਿਹੜੇ ਦੁੱਲਾ ਭੱਟੀ ਨੇ ਉਹਦੇ ਖਿਲਾਫ ਕਦਮ ਉਠਾਏ ਸੀ। ਲੇਕਿਨ ਉਹ ਤੋਂ ਬਾਅਦ ਇਹ ਹੋਇਆ ਕਿ ਜਿਹੜੇ ਛੋਟੀਆਂ ਬੱਚੀਆਂ ਛੋਟੀ ਉਮਰ 'ਚ ਵਿਆਹ ਕਰਨੇ ਸ਼ੁਰੂ ਕੀਤੇ, ਉਹ ਇਹੀ ਕਾਰਨ ਸੀਗਾ ਕਿ ਜਦੋਂ ਉਹ ਰਾਜਿਆਂ ਨੂੰ ਪਤਾ ਲੱਗਦਾ ਸੀ ਕਿ ਇਹ ਲੜਕੀ ਵਿਆਹੀ ਹੈ ਤਾਂ ਫਿਰ ਉਹਨੂੰ ਉਠਾਉਂਦੇ ਨਹੀਂ ਸੀਗੇ। ਅੱਛਾ ਜੀ। ਇਸ ਕਰਕੇ ਜਿਹੜਾ ਚਾਈਲਡ ਵਿਆਹ ਆ ਉਹ ਸ਼ੁਰੂ ਹੋਇਆ ਉੱਥੋਂ। ਤੇ ਉਹ ਤੋਂ ਬਾਅਦ ਦੇਖੋ ਹੁਣ ਇਸ ਵੇਲੇ ਜਿਹੜੀਆਂ ਪਿੰਡਾਂ ਦੇ ਵਿੱਚ ਲੋਹੜੀਆਂ ਮੰਗਦੀਆਂ ਲੜਕੀਆਂ, ਜਦੋਂ ਅਸੀਂ ਇੰਡੀਆ ਵਿੱਚ ਸੀਗੇ ਉਸ ਵੇਲੇ ਢਾਣੀਆਂ ਲੜਕੀਆਂ ਜਾਂਦੀਆਂ ਹੁੰਦੀਆਂ ਸੀ, ਕੋਈ ਕੁਛ ਨਹੀਂ ਸੀ ਕਹਿੰਦਾ। ਇਸ ਵੇਲੇ ਤਾਂ ਤੁਸੀਂ ਉੱਥੇ ਤੱਕ ਨਹੀਂ ਬੱਚੀਆਂ ਜਾ ਸਕਦੀਆਂ ਇਕੱਲੀਆਂ, ਕਿਉਂਕਿ ਲੋਕਾਂ ਦੀ ਇੰਨੀ ਮਾਨਸਿਕ ਜਿਹੜੀ ਵਿਵਸਥਾ ਜਿਹੜੀ ਉਹ ਚੇਂਜ ਹੋ ਗਈ ਆ। ਉੱਥੇ ਬੇਟੀ ਜਿਹਦੀ ਬੇਟੀ ਆ ਉਹਨੂੰ ਬੇਟੀ ਕਿਹਾ ਜਾਂਦਾ, ਬਾਕੀ ਦੇ ਤਾਂ ਦੂਸਰੇ ਆਦਮੀ ਤਾਂ ਸ਼ਰਾਬਾਂ ਪੀ ਕੇ ਦੂਸਰਾ ਕਰਦੇ, ਹੁੱਲੜਬਾਜ਼ੀ ਕਰਦੇ ਆ। ਪਰ ਮਾਨ ਸਾਹਿਬ ਆਪਣੇ ਤਾਂ ਪੰਜਾਬ ਦੀ ਇਸ ਗੱਲ ਵਿੱਚ ਵੀ ਝੰਡੀ ਹੈਗੀ ਲੈ, ਅਸੀਂ ਤਾਂ ਕੁੜੀਆਂ ਨੂੰ ਪੇਟ ਵਿੱਚ ਹੀ ਮਾਰੀ ਜਾਂਦੇ ਆ। ਉਹੀ ਚੀਜ਼ ਹੈ ਨਾ ਜੀ ਕਿ ਲੋਕੀ ਇੱਕ ਤਾਂ ਦਾਜ ਦਹੇਜ ਆ, ਇਸ ਕਰਕੇ ਦਾਜ ਦਹੇਜ ਜਿਹੜੇ ਆ ਉਹ ਲੋਕੀ ਕਈ ਅਫੋਰਡ ਨਹੀਂ ਕਰ ਸਕਦੇ ਕਿ ਵੀ ਸਾਨੂੰ ਖਰਚਾ ਕਰਨਾ ਪਊਗਾ। ਇਹ ਜਿਹੜੀ ਲੋਕਾਂ ਦੀ ਮਾਨਸਿਕਤਾ ਆ, ਅਸੀਂ ਬੱਚਿਆਂ ਨੂੰ ਜਿਹੜੇ ਲੜਕੇ ਆ ਉਹਨਾਂ ਨੂੰ ਜ਼ਿਆਦਾ ਅਸੀਂ ਮਤਲਬ ਪ੍ਰਮੋਟ ਕਰਦੇ ਆ, ਲੇਕਿਨ ਬੱਚੀਆਂ ਉਹਦੇ ਨਾਲੋਂ ਅੱਜ ਤਾਂ ਦੇਖੋ ਪਾਇਲਟ ਬਣੀਆਂ ਆ, ਪ੍ਰਾਈਮ ਮਿਨਿਸਟਰ ਬਣੀਆਂ, ਕਿਹੜੀ ਜੌਬ ਤੇ ਨਹੀਂ ਗਈਆਂ।
ਸਭ ਤੋਂ ਪਹਿਲੀ ਜਿਹੜੀ ਭਾਰਤ ਦੀ ਜਿਹੜੀ ਲੜਕੀ ਹੋਈ ਹੈ ਨਾ, ਸਵਿਤਰੀ ਬਾਈ ਫੂਲੇ ਜੀ ਨੇ, ਹਾਂਜੀ 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 ਬਿਲਕੁਲ, ਉਹਨੇ ਛੋਟੀਆਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਤੇ ਇਸੇ ਕਰਕੇ ਤੇ ਉਹ ਤੋਂ ਬਾਅਦ ਫਿਰ ਉਹ ਸਭ ਤੋਂ ਪਹਿਲੀ ਲੇਡੀ ਟੀਚਰ ਹੋਈ ਆ, ਔਰ ਉਹ ਤੋਂ ਬਾਅਦ ਭਾਰਤ ਦੇ ਵਿੱਚ ਤਬਦੀਲੀ ਆਉਣ ਲੱਗੀ ਹੈ। ਤੇ ਉਹ ਤੋਂ ਬਾਅਦ ਦੇਖੋ ਇਸ ਵੇਲੇ ਜਿੱਦਾਂ ਸਾਡੇ ਚੌਹਾਨ ਸਾਹਿਬ ਕਹਿ ਗਏ ਆ, ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ ਜਨਮ ਦਿਨ ਹੈ, ਸਾਰਿਆਂ ਨੂੰ ਉਹਦੀ ਵੀ ਵਧਾਈ ਦਿੰਦਾ ਮੈਂ। ਤੁਹਾਨੂੰ ਵੀ ਜੀ। ਹਾਂਜੀ, ਤੇ ਉਹਨਾਂ ਨੇ ਦੇਖੋ ਕਿੰਨਾ ਲੇਡੀਜ਼ ਵਾਸਤੇ ਕੰਮ ਕੀਤਾ। ਦੇਖੋ ਬਾਬਾ ਸਾਹਿਬ ਨੇ ਕਿੰਨਾ ਕੰਮ ਕੀਤਾ ਲੇਡੀਜ਼ ਵਾਸਤੇ, ਬਰਾਬਰ ਦੇ ਹੱਕ ਦਿੱਤੇ ਆ, ਕਿਉਂਕਿ ਇਹ ਜਿਹੜਾ ਮਨੂਵਾਦੀ ਸਮਾਜ ਆ ਇਹਨੇ ਸਾਡੀ ਲੇਡੀਜ਼ ਨੂੰ ਪੈਰ ਦੀ ਜੁੱਤੀ ਸਮਝਿਆ, ਕਿਉਂਕਿ ਇਹ ਜਿਹੜੀ ਸਾਡੇ ਸਮਾਜ ਲਈ, ਇਸੇ ਕਰਕੇ ਭਾਰਤ ਜਿਹੜਾ ਹੈ ਨਾ ਉਹਦਾ ਨਾਂ ਦੁਨੀਆ ਤੇ ਬਦਨਾਮ ਹੋ ਚੁੱਕਾ, ਕਿਉਂਕਿ ਉੱਥੇ ਜਿੱਥੇ ਲੇਡੀਜ਼ ਦੀ ਔਰ ਜਿੱਥੇ ਮਜ਼ਦੂਰ ਦੀ ਕਦਰ ਨਹੀਂ ਹੈ ਨਾ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਚੀਜ਼ ਜਿਹੜੀ ਹੈ ਨਾ ਭਾਰਤ ਦੇ ਜਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ, ਸਭ ਨੂੰ ਬਰਾਬਰ ਦੇ ਹੱਕ ਆ। ਜਦੋਂ ਤੱਕ ਬਰਾਬਰ ਦਾ ਹੱਕ ਸਾਰਿਆਂ ਨੂੰ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਦੇਸ਼ ਸਾਡਾ ਤਰੱਕੀ ਨਹੀਂ ਕਰ ਸਕਦਾ। ਤੇ ਬਾਕੀ ਇਹ ਜਿਹੜੇ ਹੈਗੇ ਆ ਦੂਸਰੇ ਰਸਮ ਰਿਵਾਜ, ਲੋਹੜੀਆਂ, ਇਹ ਤਾਂ ਇਹ ਜਿਹੜੇ ਵਪਾਰੀ ਆ ਇਹਨਾਂ ਨੇ ਫਿਰ ਜ਼ਿਆਦਾ ਉਹਨਾਂ ਨੂੰ ਪ੍ਰਫੁੱਲਤ ਕਰ ਦਿੱਤਾ। ਬਿਲਕੁਲ, ਉਹਨਾਂ ਦੀ ਰੇੜੀਆਂ ਵਿਕਦੀਆਂ, ਤੇਲ ਵਿਕਦੇ ਆ, ਮੁਖਵਾੜੀ ਵਿੱਚ ਕਿਹੜੇ ਕੱਪੜੇ ਵਿਕਦੇ, ਸਾਰਾ ਕੁਝ ਹੁੰਦਾ। ਤੇ ਇਹ ਚੀਜ਼ ਜਿਹੜੀ ਹੈ ਨਾ ਉਹ ਤੋਂ ਬਾਅਦ ਫਿਰ ਇਹਨਾਂ ਨੇ ਫੈਸਟੀਵਲ ਬਣਾ ਦਿੱਤੇ। ਲੇਕਿਨ ਜਿਹੜੀ ਦਰਅਸਲ ਚ ਗੱਲ ਇਹ ਹੈ ਕਿ ਉਹ ਧੀਆਂ ਦੀ ਰਾਖੀ ਕਰਨਾ ਹੀ ਇੱਕ ਲੋਹੜੀ ਦਾ ਕੰਮ ਹੈਗਾ, ਕਿ ਬਰਾਬਰ ਦੇ ਹੱਕ ਦੇਣਾ। ਤੇ ਮੇਰੇ ਤੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ, ਮੈਂ ਤੁਹਾਡਾ ਟਾਈਮ ਜ਼ਿਆਦਾ ਨਹੀਂ ਲੈਂਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜੈ ਭੀਮ ਤੇ ਜੈ ਭਾਰਤ ਜੀ। ਜੈ ਭੀਮ ਤੇ ਜੈ ਭਾਰਤ। ਤੁਸੀਂ ਜੀ ਪ੍ਰੇਮ ਮਾਨ ਹੋਣੀ ਲੰਡਨ ਤੋਂ। ਗੱਲ ਜਾਣੀ ਕਿ ਬੜੀ ਕਲੀਅਰ ਹੈ। ਇੱਕ ਤਾਂ ਜਿਹੜੀ ਗੱਲ ਮੈਂ ਜਿਹੜੀ ਪਹਿਲਾਂ ਕਰ ਵੀ ਸੀ ਰਿਹਾ ਵੀ ਦੁੱਲਾ ਭੱਟੀ ਪੰਜਾਬ ਦਾ ਇੱਕ ਹੀਰੋ ਹੋਇਆ, ਸਾਡਾ ਫੋਕ ਹੀਰੋ ਹੋਇਆ ਹੈਗਾ। ਇਸੇ ਕਰਕੇ ਦੁੱਲੇ ਨੇ ਧੀ ਵਿਆਹੀ, ਸ਼ੇਰ ਸ਼ੱਕਰ ਪਾਈ, ਸੁੰਦਰੀਏ ਨਹੀਂ ਮੁੰਦਰੀਏ ਤੇਰਾ ਕੌਣ ਵਿਚਾਰਾ। ਦੋਨੇ ਉਹ ਕੁੜੀਆਂ ਸੀਗੀਆਂ, ਸੁੰਦਰੀ ਤੇ ਮੁੰਦਰੀ। ਕਿਹਾ ਜਾਂਦਾ ਕਿ ਉਹ ਇੱਕ ਬ੍ਰਾਹਮਣ ਦੀਆਂ ਲੜਕੀਆਂ ਸੀਗੀਆਂ, ਅਤੇ ਉਹ ਉਸ ਟਾਈਮ ਦਾ ਕਿ ਇੱਕ ਅਹਿਲਕਾਰ ਜਿਹੜਾ ਸੀਗਾ ਉਹ ਉਹਨਾਂ ਨੂੰ ਚੱਕ ਕੇ ਲੈ ਗਿਆ ਸੀ। ਅਤੇ ਉਸ ਤੋਂ ਬਾਅਦ ਫਿਰ ਦੁੱਲੇ ਨੇ ਉਹਨਾਂ ਨੂੰ ਛੁਡਾ ਕੇ ਲਿਆਂਦਾ ਅਤੇ ਉਹਨਾਂ ਦਾ ਵਿਆਹ ਕੀਤਾ। ਮੈਂ ਸਮਝਦਾ ਵੀ ਇਹ ਇੱਕ ਹੀਰੋ, ਇੱਕ ਜਾਣੀ ਕਿ ਬਹੁਤ ਹੀ ਬਹਾਦਰੀ ਵਾਲੀ ਗਾਥਾ ਹੈਗੀ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਆ ਜੀ? ਨਾਮੋ ਬੁੱਧਾ, ਜੈ ਭੀਮ, ਜੈ ਗੁਰਦੇਵ। ਜੈ ਗੁਰਦੇਵ ਜੀ। ਡਾਕਟਰ ਸਾਹਿਬ ਜੀ ਕਿੱਦਾਂ? ਠੀਕ ਹੈ, ਮੈਂ ਬਿਲਕੁਲ ਠੀਕ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਨਵੇਂ ਸਾਲ ਦੀਆਂ ਵਧਾਈਆਂ, ਫਿਰ ਦੀਵਾਲੀ ਦੀਆਂ, ਲੋਹੜੀ ਦੀਆਂ, ਸਾਰੀਆਂ ਦੇਣੀਆਂ। ਹਾਂਜੀ, ਇਕੱਠੀਆਂ ਜੀ। ਹਾਂਜੀ, ਠੀਕ ਹੈ ਜੀ। ਜਿਹੜੀ ਲੋਹੜੀ ਦੀ ਗੱਲ ਆ, ਮੈਂ ਤਾਂ 20 ਸਾਲਾਂ ਦੀ ਆਜ਼ਾਦੀ ਆਈ ਸੀ, ਮੈਨੂੰ ਇੰਨਾ ਨਹੀਂ ਪਤਾ। ਮੈਂ ਤਾਂ ਇੱਕ ਗੱਲ ਕਹੂੰ, ਸਾਰਿਆਂ ਡਾ ਦਿੱਤੀ। ਮੈਂ ਤਾਂ ਮਾਇਆਵਤੀ ਜਿਹੜੀ ਦੇਵੀ ਆ ਨਾ, ਉਹਨੂੰ ਲੱਖ ਲੱਖ ਵਧਾਈਆਂ ਦਿੰਦੀ ਆ। ਥੈਂਕ ਯੂ ਜੀ, ਥੈਂਕ ਯੂ। ਉਹਨੇ ਮੈਂ ਉਹਦੇ ਨਾਲ ਬਹੁਤ ਚਿਰ ਰਹੀ ਆ, 10-15 ਸਾਲ। ਉਹ ਇੱਕ ਦੇਵੀ ਆ, ਇੱਕ ਭਗਤਣੀ, ਆਪਾਂ ਉਹਨੂੰ ਜਾਣਦੇ ਹੀ ਨਹੀਂ। ਉਹ ਚੱਲ ਜਾਂਦਾ ਬੰਦਾ, ਬੇਟਾ ਮੈਂ ਤੇਰੀ ਬਹੁਤ ਇੱਜ਼ਤ ਕਰਦੀ, ਤੇਰੇ ਵਰਗੇ ਭਗਤ ਹੋਣ ਦੁਨੀਆ ਬਦਲਾ ਸਕਦੇ, ਜੋ ਕੁਛ ਅੱਜ ਇੰਡੀਆ ਚ ਹੁੰਦਾ ਨਾ ਹੀ ਹੋਵੇ। ਹਾਂਜੀ 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 ਨਾ ਬਸ ਬੇਟਾ, ਮੇਰਾ ਤਾਂ ਇੰਨਾ ਹੀ ਕਹਿਣਾ ਆ। ਥੈਂਕ ਯੂ ਜੀ, ਥੈਂਕ ਯੂ। ਕਾਂਸੀ ਟੈਲੀਵਿਜ਼ਨ ਨੂੰ ਵਧਾਈਆਂ ਤੇ ਤੈਨੂੰ ਥੈਂਕ ਯੂ ਜੀ, ਥੈਂਕ ਯੂ। ਤੁਸੀਂ ਵੀ ਟੈਲੀਫੋਨ ਕਾਲ ਜਿਹੜਾ ਹੈਗਾ ਕਰ ਸਕਦੇ ਆ। ਜੇ ਤੁਸੀਂ ਬਾਹਰ ਤੋਂ ਕਰ ਰਹੇ ਹੈਗੇ, ਬਰਤਾਨੀਆ ਤੋਂ, ਤਾਂ ਫਿਰ ਤੁਹਾਨੂੰ ਮੋਰੇ 0044 ਨੰਬਰ ਆਉਣਾ ਪਊਗਾ। ਅਤੇ ਸਾਰਾ ਨੰਬਰ ਜਿਹੜਾ ਹੈਗਾ 00441215024304 ਨੰਬਰ ਹੋਣਾ ਪਊਗਾ। ਅਤੇ ਜੇ ਤੁਸੀਂ ਇੱਥੋਂ ਕਰ ਰਹੇ ਹੈਗੇ, ਜਿਸ ਤਰ੍ਹਾਂ ਸਕਰੀਨ 'ਤੇ ਵੀ ਨੰਬਰ ਆ ਰਿਹਾ ਹੈਗਾ 0121502304, ਅਤੇ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਕਿਉਂਕਿ ਜਿਹੜੀ ਅਸੀਂ ਅਸਲੀ ਕਹਾਣੀ ਵਿੱਚੋਂ ਕਿਸੇ ਵੀ ਫੈਸਟੀਵਲ ਦੀ ਹੁੰਦੀ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਬੜੀ ਮਾਣ ਵਾਲੀ ਗੱਲ ਹੈ ਵੀ ਸਾਡੇ ਯਾਨੀ ਕਿ ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਜੈ ਗੁਰਦੇਵ ਐਂਡ ਜੈ ਭੀਮ। ਹਾਂਜੀ, ਜੈ ਭੀਮ ਜੀ। ਕੀ ਕਹਿਣਾ ਚਾਹੋਗੇ? ਮੈਂ ਤਾਂ ਬਸ ਇਹੀ ਗੱਲ ਕਹਿਣਾ ਚਾਹੁੰਦਾ। ਦੇਖੋ ਜੀ ਡਾਕਟਰ ਸਾਹਿਬ, ਅਸਲ ਦੇ ਵਿੱਚ ਨਾ ਆਪਣੇ ਜਿਹੜੇ ਮਹਾਯੋਧੇ ਹੋਏ ਨਾ ਜਿਆਦੇ, ਉਹਨੇ ਕੀਤਾ ਸਮਾਜ ਸੁਧਾਰ ਲਈ ਕੰਮ ਸੀਗਾ। ਹਾਂਜੀ ਹਾਂਜੀ। ਪਰ ਜਿਹੜਾ ਪੂੰਜੀਪਤੀ ਆ, ਉਹਨੇ ਹਰ ਚੀਜ਼ ਨੂੰ ਬਿਜ਼ਨਸ ਬਣਾ ਲਿਆ। ਇੱਥੋਂ ਤੱਕ ਕਿ ਧਰਮ ਦੀ ਜਿਹੜਾ ਨਾ ਉਹ ਬਿਜ਼ਨਸ ਦੇ ਹਵਾਲੇ ਕਰ ਦਿੱਤਾ ਉਹਨਾਂ ਨੇ। ਤਾਂ ਮੇਰੇ ਖਿਆਲ ਦੇ ਨਾਲ ਗੱਲ ਇਹ ਆ ਕਿ ਹਰ ਚੀਜ਼ ਨੂੰ ਬਿਜ਼ਨਸ ਬਣਾਉਣ ਵਾਲਾ ਜਿਹੜਾ ਉਹ ਬਿਜ਼ਨਸਮੈਨ ਆ ਨਾ, ਉਸ ਗੱਲ ਨੂੰ ਸਮਝਣ ਦੀ ਲੋੜ ਆ ਆਮ ਸਮਾਜ ਨੂੰ, ਆਮ ਲੋਕਾਂ ਨੂੰ। ਔਰ ਸਭ ਤੋਂ ਵੱਡੀ ਜਿਹੜੀ ਦੁੱਖ ਵਾਲੀ ਘਟਨਾ ਇਹ ਗੱਲ ਇਹ ਆ ਬਈ, ਦੇਖੋ ਕੁੜੀਆਂ ਲਈ ਤਾਂ ਉਹ ਕੰਮ ਕਰਦਾ ਚਲ ਗਿਆ ਜਿਹੜਾ ਦੁੱਲਾ ਭੱਟੀ ਸੀ। ਹਾਂਜੀ ਹਾਂਜੀ ਹਾਂਜੀ। ਪਰ ਅਸੀਂ ਅੱਜ ਵੀ ਹਰ ਥਾਂ ਕੁੜੀਆਂ ਦੇ ਰੇਪ ਹੁੰਦੇ ਦੇਖ ਰਹੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਹਰ ਮਿੰਟ, ਹਰ 2-4 ਮਿੰਟ ਦੇ ਵਿੱਚ ਇੱਕ ਅੱਧੀ ਲੜਕੀ ਦਾ ਰੇਪ ਹੋ ਰਿਹਾ ਇੰਡੀਆ ਦੇ ਵਿੱਚ। ਤੇ ਉਹਦੇ ਬਾਰੇ ਗੌਰਮੈਂਟਾਂ ਕਿੱਦਾਂ ਕੰਨਾਂ ਭੇਟੀ ਮਾਰ ਕੇ ਬੈਠੀਆਂ।
ਪਰ ਮੇਰੇ ਖਿਆਲ ਦੇ ਨਾਲ ਸਮਾਜ ਨੂੰ ਨਾ ਜਿਹੜਾ ਆਹ ਅਸੀਂ ਤੁਰ ਪੈਂਦੇ ਨਾ ਆਪਣੇ ਚੀਜ਼ਾਂ ਨੂੰ ਮਨਾਉਣ ਬਿਨਾਂ ਸੋਚੇ ਸਮਝੇ। ਹੁਣ ਦੇਖੋ ਇਹ ਰੀਤ ਚਲਾ ਦਿੱਤੀ ਵੀ ਕੁੜੀਆਂ ਦੀ ਲੋਹੜੀ ਲੈ ਕੇ ਜਾਣਾ ਜੀ। ਜਿਹੜੀ ਸਾਡੀਆਂ ਘਰਾਂ ਦੀਆਂ ਕੁੜੀਆਂ, ਸਾਡੀਆਂ ਭੈਣਾਂ ਵਿਆਹੀਆਂ ਹੁੰਦੀਆਂ, ਉਹਨਾਂ ਦੇ ਘਰਾਂ 'ਚ ਲੋਹੜੀ ਲੈ ਕੇ ਜਾਣਾ। ਉੱਥੇ ਕਿਉਂ ਲੋਹੜੀ ਲੈ ਕੇ ਜਾਣਾ ਮੈਨੂੰ ਦੱਸੋ, ਕਿਉਂ ਪੈਸੇ ਖਰਚਣੇ? ਇਹ ਇੱਕ ਰੀਤਾਂ ਜਿਹੜਾ ਕਹਿੰਦੇ ਹੁੰਦੇ ਆ ਅਸਲੀਅਤ ਨੂੰ ਬਦਲਿਆ ਜਾਂਦਾ। ਬਿਲਕੁਲ 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 ਬਿਲਕੁਲ। ਅਸਲੀਅਤ ਨੂੰ ਆਪਣੇ ਫਾਇਦੇ ਲਈ ਪੂੰਜੀਵਾਦ, ਜਿਹੜਾ ਪੂੰਜੀਪਤੀ ਲੋਕ ਹੈ, ਜਿਹੜਾ ਬ੍ਰਾਹਮਣਵਾਦੀ ਲੋਕ ਹੈ ਨਾ, ਉਹ ਬਦਲ ਲੈਂਦਾ ਉਸ ਚੀਜ਼ ਨੂੰ। ਤੇ ਉਹ ਬਸ ਨਾ ਆਪਣਾ ਜਿਹੜਾ ਬਿਜ਼ਨਸ ਚਲਾਉਣ ਦੀ ਖਾਤਰ ਹਰ ਚੀਜ਼ ਚਲਾ ਲੈਂਦਾ ਜੀ। ਹੁਣ ਦੇਖੋ ਜਦੋਂ ਹੁਣ ਕੁੜੀਆਂ ਸਾਡੀਆਂ ਵਿਆਹ ਹੋ ਜਾਂਦੀਆਂ ਘਰਾਂ ਦੀਆਂ, ਉਹ ਆਪਣੇ ਘਰ ਚਲ ਜਾਂਦੀਆਂ, ਉਹ ਆਪਣੇ ਹਸਬੈਂਡ ਨਾਲ ਰਹਿੰਦੀਆਂ ਜਾਂ ਉਹ ਆਪਣੇ ਘਰ ਆਪਣਾ ਘਰ ਬਣਾ ਲੈਂਦੀਆਂ। ਉਸ ਤੋਂ ਬਾਅਦ ਕੀ ਲੋੜ ਹੈ ਹਰ ਸਾਲ ਉਹਨਾਂ ਲਈ ਲੋਹੜੀ ਲੈ ਕੇ ਜਾਣ ਦਾ? ਮੈਨੂੰ ਦੱਸੋ ਕੀ ਮਤਲਬ ਬਣਦਾ ਜੀ ਇਹਦਾ? ਅਸੀਂ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਅਸੀਂ ਜ਼ਿਆਦਾ ਪ੍ਰਮੋਟ ਕਰਦੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਰੇਪ ਦੇ ਕੇਸਿਸ ਵਧੇ ਆ। ਇਸ ਤੋਂ ਬਿਨਾਂ ਕੁੜੀਆਂ ਨੂੰ ਪੇਟ ਵਿੱਚ ਹੀ ਮਾਰਦੇ ਆ। ਪੰਜਾਬੀ ਅਸੀਂ ਬੜੇ ਸੂਰਮੇ ਹੁੰਦੇ, ਸਭ ਤੋਂ ਜ਼ਿਆਦਾ ਕੁੜੀਆਂ ਪੰਜਾਬ 'ਚ ਮਾਰੀਆਂ ਜਾਂਦੀਆਂ। ਡਾਕਟਰ ਸਾਹਿਬ ਇੱਕ ਛੋਟੀ ਜਿਹੀ ਗੱਲ ਦੱਸ ਦਵਾਂ ਇੱਥੇ ਤੁਹਾਨੂੰ ਮੈਂ। ਹਾਂਜੀ ਹਾਂਜੀ। ਜਿੰਨੇ ਵੀ ਸਾਡੇ ਪੀਰ ਪੈਗੰਬਰ ਹੋਏ ਜਾਂ ਜਿੰਨੇ ਸਾਡੇ ਬੁੱਧੀਜੀਵੀ ਹੋਏ ਨਾ, ਹਾਂਜੀ ਹਾਂਜੀ, ਉਹਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਆਪਣੇ ਦਿਮਾਗ ਨੂੰ ਵਰਤੋ ਬਸ। ਤੇ ਉਹੀ ਅਸੀਂ ਵਰਤ ਨਹੀਂ ਰਹੇ। ਅਸੀਂ ਦਿਮਾਗ ਵਰਤਦੇ ਹਾਂ ਬਿਜ਼ਨਸਮੈਨ ਦਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੁੱਖ ਆਪਣੇ ਸਰੀਰ ਨੂੰ ਅਸੀਂ ਆਪਣੇ ਨੂੰ ਵਰਤਦੇ ਹਾਂ, ਦਿਮਾਗ ਵਰਤਦੇ ਹਾਂ ਬਿਜ਼ਨਸਮੈਨ ਦਾ। ਜਿਹੜੀ ਗੱਲ ਨਾ ਬਾਹਮਣ ਦੀ ਮੈਨੂੰ ਉਹ ਸਹੀ ਲੱਗਦੀ ਆ ਕਿ ਉਹ ਕਹਿੰਦੇ ਬਾਹਮਣ ਜਿਹੜੇ ਉਹ ਸਿਰ ਆ ਬੰਦੇ ਦਾ, ਖੱਤਰੀ ਜਿਹੜੇ ਆ ਉਹ ਹੈਗੀ ਆ ਆਪਣੀ ਬੋਡੀ ਕਹਿੰਦੇ ਨਾ ਬਾਹਾਂ ਆ। ਅਸੀਂ ਉਹ ਗੱਲ ਨੂੰ ਪੋਸਟ ਕਰ ਦਿੰਦੇ ਆ ਆਪਣੀ ਨਾਲਾਇਕੀ ਦੇ ਨਾਲ। ਮੇਰੇ ਖਿਆਲ ਦੇ ਨਾਲ ਸਾਨੂੰ ਆਪਣੇ ਦਿਮਾਗ ਨੂੰ ਵਰਤਣ ਦੀ ਲੋੜ ਆ। ਪੁੱਠੀਆਂ ਗੱਲਾਂ ਨੂੰ ਸੋਚਣ ਦੀ, ਸਮਝਣ ਦੀ ਕੋਈ ਜ਼ਰੂਰਤ ਨਹੀਂ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਨੂੰ ਮਨਾਉਣਾ ਉਹਨੂੰ ਸਮਝੋ ਪਹਿਲਾਂ ਬਸ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਨੂੰ ਸਾਂਝੇ ਕਰ ਸਕਦੇ ਆ। ਜੋ ਯਾਨੀ ਕਿ ਮੈਨੂੰ ਜੋ ਜਾਤੀ ਤੌਰ 'ਤੇ ਜੋ ਲੋਹੜੀ ਦੀਆਂ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਟੁੰਬਦੀਆਂ ਹੈਗੀਆਂ। ਇੱਕ ਤਾਂ ਇਹ ਸੀ ਵੀ ਸਾਡਾ ਇਹੋ ਜਿਹਾ ਹੀਰੋ ਸੀਗਾ ਜਿਹਨੇ ਕਿ ਇਨਜਸਟਿਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਐਕਸ਼ਨ ਲੈ, ਅਤੇ ਆਪ ਵੀ ਦੁੱਖ ਝੱਲੇ, ਉਹਦੇ ਦਾਦੇ ਪੜਦਾਦਿਆਂ ਨੇ ਵੀ ਦੁੱਖ ਝੱਲੇ, ਉਹਦੇ ਬਾਪ ਨੇ ਵੀ ਦੁੱਖ ਝੱਲੇ। ਦੂਸਰੀ ਯਾਨੀ ਕਿ ਜਿਹੜੀ ਗੱਲ ਸੀਗੀ ਵੀ ਕੁੜੀਆਂ ਨੂੰ ਬਚਾਉਣ ਦੀ, ਅਸੀਂ ਕੁੜੀਆਂ ਯਾਨੀ ਕਿ ਮਾਰਨੀਆਂ ਸ਼ੁਰੂ ਕਰਤੀਆਂ ਪੇਟ ਵਿੱਚ। ਅਤੇ ਫਿਰ ਨਾਲ ਅਸੀਂ ਇਹ ਵੀ ਕਈ ਵਾਰੀ ਕਹਿੰਦੇ ਲੈ ਵੀ ਹਾਂ ਜੀ ਇਹ ਤਾਂ ਦਾਜ ਦੀ ਰਸਮ ਕੋਈ ਜਿਹੜੀ ਹੈ ਕਿਤੋਂ ਬਾਹਰੋਂ ਤੁਹਾਨੂੰ ਇਲਹਾਮ ਆਇਆ ਹੈਗਾ ਲੈ ਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਮੈਂ ਖਰਲਵੀਰ ਕਵੈਂਟਰੀ ਤੋਂ ਬੋਲਦਾ। ਖਰਲਵੀਰ ਜੀ, ਕੀ ਕਹਿਣਾ ਚਾਹੋਗੇ ਲੋਹੜੀ ਬਾਰੇ? ਲੋਹੜੀ ਬਾਰੇ ਇਹ ਕਹਿਣਾ ਚਾਹੀਦਾ ਵੀ ਜਿੱਦਾਂ ਜਿਹੜੇ ਇਸ ਤੋਂ ਪਹਿਲਾਂ ਭੈਣ ਮਾਆਵਤੀ ਦਾ ਵੀ ਜਨਮ ਦਿਨ ਤੇ ਪ੍ਰੋਗਰਾਮ ਦੇਖ ਰਹੇ ਸੀ। ਹਾਂਜੀ ਹਾਂਜੀ। ਤੇ ਅਚਾਨਕ ਹੀ ਜਿੱਲੇ ਦੇਖਿਆ ਵੀ 5 ਵਜੇ ਤੋਂ ਬਾਅਦ 13 ਪ੍ਰੋਗਰਾਮ ਆ ਡਾਕਟਰ ਹਰੀਸ਼ ਹੋਣਾ ਦਾ। ਹਾਂਜੀ ਹਾਂਜੀ। ਫਿਰ ਮੈਂ ਕਿਹਾ ਇਹ ਵੀ ਮਾੜਾ ਜਿਹਾ ਦੇਖ ਲੈਣਾ, ਜੰਦ ਮਾੜੀ ਜਿਹੀ ਛਾਤੀ ਮਾਰ ਲੈਣਾ। ਹਾਂਜੀ ਹਾਂਜੀ। ਤੇ ਇਹਦੇ 'ਚ ਜਿਹੜੀ ਮੇਨ ਹੈਗੀ ਆ ਜਿਹੜੀ ਆਪਾਂ ਇਕੱਲੇ ਇੱਕ ਸੂਬੇ 'ਚ ਹੀ ਨਹੀਂ, ਉੱਤਰ ਪ੍ਰਦੇਸ਼ 'ਚ ਚਲੋ ਉਹ ਮੂਹਰੇ ਆਏ ਆ ਤੇ ਉਹਨਾਂ ਨੇ ਜਿਹੜਾ ਮਤਲਬ ਕਾਫੀ ਕੰਮ ਕੀਤਾ। ਮੇਰੇ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਉੱਤਰ ਪ੍ਰਦੇਸ਼ ਦਾ ਕੁਛ ਉਹ ਮੈਂ ਦੇਖਿਆ। ਦੂਜੀ ਇਹ ਗੱਲ ਪਰ ਮੇਰਾ ਵੀ ਜਨਮ ਅੱਜ ਦੀ ਦਿਨ ਦਾ 15 ਤਰੀਕ ਦਾ ਹੀ ਆ। ਵਧਾਈਆਂ ਤੁਹਾਨੂੰ ਵੀ ਜੀ ਜਨਮ ਦਿਨ ਦੀਆਂ ਬਹੁਤ ਸਾਰੀਆਂ ਖਰਵੀਰ ਜੀ। ਆਹੋ, ਉਦਾਂ ਤਾਂ ਤੁਸੀਂ ਦੇਣੀਆਂ ਨਹੀਂ, ਚੱਲ ਪ੍ਰੋਗਰਾਮ ਤੇ ਆ ਗਿਆ ਦੇਤੀਆਂ। ਨਹੀਂ ਹੁਣ ਪਤਾ ਲੱਗ ਗਿਆ। ਹਾਂਜੀ। ਤੇ ਉਹ ਸੀਗਾ ਕੱਲ ਇੱਕ ਕੇਸ ਸੀਗਾ ਇੱਕ ਵਿਧਵਾ ਦਾ। ਹਾਂਜੀ। ਜਿਹੜਾ ਮੈਂ WhatsApp ਤੇ ਪਾਇਆ, Facebook ਤੇ ਕੀਤਾ ਫੋਰਵਰਡ। ਉਹ ਵਿਧਵਾ, ਉਹਦੇ 2 ਬੱਚੇ ਆ ਤੇ ਉਹਦੇ ਜਿਹੜੇ ਆ ਮਤਲਬ ਘਰ ਦੇ ਮੋਹਰੇ ਆ ਉਹ 7-7 ਫੁੱਟ ਡੂੰਘੇ ਟੋਏ ਪੱਟ ਦਿੱਤੇ ਪਏ, ਉਹ ਬਾਹਰ ਨਾ ਨਿਕਲੇ। ਹਾਲੇ ਕਿ ਉਹਦੀ ਮਾਂ ਤੇ ਭੈਣ ਉਹ ਜਿਹੜੀ ਵਿਧਵਾ ਆ ਉਹਦੇ ਘਰ ਉਹਨੂੰ ਮਿਲਣ ਆਈਆਂ ਸੀਗੀਆਂ। ਤੇ ਉਹਨਾਂ ਦੀ ਜਿਹੜੀ ਆ ਉਹ ਪਿੰਡ ਦੇ ਮਤਲਬ ਜਿਹੜੇ ਪ੍ਰਧਾਨ ਆ ਗੁੰਡੇ, ਉਹਨਾਂ ਨੇ ਕਟਾਈ ਕੀਤੀ ਅੰਦਰ ਵੜ ਕੇ। ਹੁਣ ਗੱਲ ਤਾਂ ਹੈ ਇਹੋ ਜਿਹੀ ਘਟਨਾ ਜਿੱਥੇ ਵੀ ਹੁੰਦੀ ਆ, ਬਿਲਕੁਲ ਲੜਕੀਆਂ ਦਾ ਰੇਪ ਜਿੱਥੇ ਵੀ ਹੁੰਦਾ, ਖਾਸ ਕਰਕੇ ਮਤਲਬ ਜਿਹੜੀਆਂ ਦਲਿਤ ਫੈਮਲੀਆਂ ਦੇ ਹੁੰਦੇ ਆ। ਤੇ ਇਹ ਸਾਰੇ ਆ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਭਾਈਚਾਰੇ ਨੂੰ ਤੇ ਇਕੱਠੇ, ਜਿੱਦਾਂ ਹੁਣ ਇਕੱਠੇ ਹੋਏ ਆ ਕਿਸਾਨਾਂ ਬਾਰੇ, ਬਿਲਕੁਲ ਬਿਲਕੁਲ ਏਦਾਂ ਜੇ ਜ਼ਿਆਦਤੀ ਹੁੰਦੀ ਆ ਫਿਰ ਸਾਰੇ ਲੋਕੀ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਇਕੱਠੇ ਹੋਣ ਤੇ ਉਹਨਾਂ ਨੂੰ ਨੱਥ ਪਾਉਣ ਪਏ ਜਿਹੜਾ
ਰੂਸ 'ਚ ਇੱਕ ਸਮੇਂ ਗੋਰਕੀ ਦੇ ਨਾਵਲ 'ਚ ਮਾਂ ਦੇ ਜਿਹੜੇ ਸਮੇਂ ਉੱਥੇ ਦਾ ਮਸ਼ਹੂਰ ਜਿਹੜਾ ਨਾਅਰਾ ਸੀਗਾ, ਇੱਕ ਸਾਰਿਆਂ ਲਈ ਲੜੇ, ਸਾਰੇ ਜਿਹੜੇ ਆ ਇੱਕ ਲਈ ਲੜਨ, ਜੇ ਕੋਈ ਘਟਨਾ ਹੁੰਦੀ ਆ ਤੇ ਸਾਨੂੰ ਇਕੱਠੇ ਹੋਣਾ ਚਾਹੀਦਾ। ਇਸ ਨਾਅਰੇ ਨੂੰ ਮੁੱਖ ਰੱਖ ਕੇ ਉਹ ਇਹ ਨਹੀਂ ਵੀ ਉਹ ਫਲਾਨਾ ਬੰਦਾ ਉਹਦੀ ਕੋਈ ਬਾਤ ਨਹੀਂ ਪੁੱਛਦਾ। ਸਾਰੇ ਲੋਕਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਆਓ, ਇਕੱਠੇ ਹੋਵੋ। ਇਹ ਗੁੰਡਾਗਰਦੀ ਦੇ ਵਿਰੁੱਧ ਫੇਰ ਹੀ ਅਸੀਂ ਠੱਲ ਪਾ ਸਕਦੇ ਹਾਂ ਜੇ ਅਸੀਂ ਮਤਲਬ ਇਕੱਠੇ ਹੁੰਨੇ। ਇਕੱਠ ਤੋਂ ਹੀ ਡਰਨਾ। ਜੇ ਦੁੱਲਾ ਭੱਟੀ ਬਾਰੇ ਜਿਹੜਾ ਹੈਗਾ ਸਾਨੂੰ ਮਾਣ ਆ, ਉਹਦਾ ਸਾਡਾ ਉਹ ਹੀਰੋ ਆ ਗਰੀਬ ਲੋਕਾਂ ਦਾ। ਲੜਾਈ ਜਿਹੜੀ ਅੱਜ ਗਰੀਬ ਤੇ ਅਮੀਰਾਂ ਦੀ ਉਦੋਂ ਵੀ ਆਉਂਦੀ ਸੀਗੀ, ਅੱਜ ਵੀ ਉਹ ਲੜਾਈ ਚਾਲੂ ਆ। ਬਿਲਕੁਲ ਗਰੀਬ ਤੇ ਅਮੀਰ ਦੀ। ਇਹ ਸਾਨੂੰ ਸਮਝਣਾ ਚਾਹੀਦਾ। ਜੇ ਅਸੀਂ ਗਰੀਬਾਂ ਨਾਲ ਖੜਦੇ ਹਾਂ, ਜੇ ਅਸੀਂ ਉਹਨਾਂ ਲਈ ਲੜਦੇ ਹਾਂ ਤੇ ਫੇਰ ਹੀ ਅਸੀਂ ਜਿੱਤ ਸਕਦੇ ਹਾਂ। ਨਹੀਂ ਤਾਂ ਇਕੱਲੇ ਦੇ ਇਕੱਲੇ ਨੂੰ ਕੋਈ ਨਹੀਂ ਪੁੱਛਦਾ। ਮੈਂ ਜਿੱਦਾਂ ਕਿਸਾਨ ਮੋਰਚੇ ਲਈ ਸਾਰੇ ਸੂਬਿਆਂ ਦੇ ਲੋਕੀ ਬਾਹਰੋਂ ਆ ਗਏ ਆ ਤੇ ਏਦਾਂ ਸਾਨੂੰ ਇਕੱਠੇ ਹੋਣਾ ਚਾਹੀਦਾ। ਮੈਂ ਤਾਂ ਇੰਨੀ ਕਹਿ ਕੇ ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਅਛਰ ਸਿੰਘ ਖਰਲਵੀਰ ਹੁਣੀ ਕਵੈਂਟਰੀ ਤੋਂ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਕੇ ਆਏ ਆ। ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਆ। ਇਹ ਗੱਲ ਬਿਲਕੁਲ ਠੀਕ ਆ, ਕਿਉਂਕਿ ਯੂਨੀਅਨ ਤੋਂ ਬਿਨਾਂ ਜੇ ਅਸੀਂ ਇਕੱਲੇ ਮਾਰ ਖਾਈ ਜਾਵਾਂਗੇ ਤਾਂ ਸਾਨੂੰ ਜਿਹੜਾ ਪਾਵਰਫੁਲ ਬੰਦੇ ਹੈਗੇ ਆ, ਜਿਹੜੇ ਰਾਜ ਕਰਦੇ ਹੈਗੇ, ਉਹ ਸਾਨੂੰ ਤਬਾਹ ਕਰ ਦੇਣਗੇ। ਅਤੇ ਜੇ ਅਸੀਂ ਇਕੱਠੇ ਹੋਵਾਂਗੇ, ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੇ ਜਾਣੀ ਕਿ ਬਣਾਂਗੇ, ਜਦੋਂ ਕਿਸੇ 'ਤੇ ਵੀ ਕੋਈ ਵਿਪਤਾ ਆਉਂਦੀ ਆ ਅਤੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਅਤੇ ਫਿਰ ਹੀ ਕੋਈ ਤਬਦੀਲੀ ਜਾਣੀ ਕਿ ਆ ਸਕਦੀ ਹੈ। ਅਤੇ ਮੈਂ ਸਮਝ ਲਿਆ ਵੀ ਜਿਹੜੀਆਂ ਕੁਛ ਰਵਾਇਤਾਂ ਅਤੇ ਕੁਛ ਜਾਣੀ ਜਿਹੜੀਆਂ ਅਸੀਂ ਜਿਹੜੀਆਂ ਧਾਰਨਾਵਾਂ ਨੂੰ ਅਪਣਾ ਲੈਂਦੇ ਹੈਗੇ ਆ ਅਤੇ ਉਹਨੂੰ ਇੱਕ ਸੱਭਿਆਚਾਰ ਦਾ ਅਸੀਂ ਅਨਿੱਖੜ ਵਾਂਗ ਸਮਝਣ ਲੱਗ ਪੈਂਦੇ ਹਾਂ। ਬਿਲਕੁਲ ਗਲਤ ਗੱਲ ਹੈ। ਜਿਸ ਤਰ੍ਹਾਂ ਗੱਲ ਦਾਜ ਦੀ ਜਾਣੀ ਕਿ ਹੋਈ ਸੀ, ਇਸ ਕਰਕੇ ਕੁੜੀਆਂ ਨੂੰ ਕਹਿੰਦੇ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ। ਹਾਂ ਜੀ ਸੁਮਨ ਸਾਹਿਬ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਕਿ ਟੈਲੀਵਿਜ਼ਨ ਤੇ ਕਰੋਨਾ ਵਾਇਰਸ ਦੀ ਆ ਰਹੀ ਹੈਗੀ ਆ ਬਰੀਫਿੰਗ। ਹਾਂਜੀ ਮੈਨੂੰ ਪਤਾ। ਪ੍ਰਾਈਮ ਮਿਨਿਸਟਰ ਦੇ ਰਿਹਾ ਤੇ ਮਤਲਬ ਮੈਂ ਸੁਣ ਨਹੀਂ ਸਕਿਆ, ਇਸ ਕਰਕੇ ਥੋੜੀ ਜਿਹਾ ਓਵਰਰੂਲ ਕਰਨਾ ਮੁਸ਼ਕਲ। ਮੈਂ ਆਪਣੇ ਸੁਮਨ ਸਾਹਿਬ ਗੱਲ ਕਰ ਰਿਹਾ ਵੀ ਅਸੀਂ ਲੋਹੜੀ ਕਿਉਂ ਮਨਾਉਂਦੇ ਹੈਗੇ, ਜਾਂ ਲੋਹੜੀ ਯਾਨੀ ਕਿ ਉਹਦਾ ਅਸਲੀ ਮੰਤਵ ਜਿਹੜਾ ਸੀਗਾ ਉਹਦੇ ਤੋਂ ਅਸੀਂ ਕਿਉਂ ਖਿਸ ਗਏ ਹੈਗੇ ਹਾਂ? ਦੇਖੋ ਲੋਹੜੀ, ਮੈਂ ਇੱਕ ਦਿਨ ਅੱਗੇ ਵੀ ਇਹ ਗੱਲ ਮਾੜੀ ਕੀਤੀ ਸੀ, ਪਤਾ ਨਹੀਂ ਕਿਹੜੇ ਪ੍ਰੋਗਰਾਮ 'ਚ। ਹਾਂਜੀ। ਜਿੱਥੋਂ ਮੇਰਾ ਵਿਚਾਰ ਹੈ ਨਾ, ਦੇਖੋ ਜਦ ਮੇਰਾ ਬਚਪਨ ਸੀਗਾ ਨਹੀਂ ਕੁਝ ਪਤਾ ਸੀਗਾ ਤੇ ਅਸੀਂ ਵੀ ਪਿੰਡਾਂ 'ਚ ਮਨਾਉਂਦੇ ਰਹੇ ਹੈਗੇ ਆ। ਹਾਂਜੀ। ਉਹ ਜਦ ਮਨਾਉਂਦੇ ਸੀ ਕਿ ਜੇ ਇਹਦੇ ਘਰ 'ਚ ਮੁੰਡਾ ਹੋਇਆ ਤਾਂ ਉੱਥੇ ਮੁੰਡਿਆਂ ਨੇ ਕੁੜੀਆਂ ਨੇ ਇਕੱਠੇ ਹੋ ਕੇ ਜਾਣਾ ਤੇ ਉਹ ਤੁਹਾਨੂੰ ਕੁਝ ਪੈਸੇ ਦਿੰਦੇ ਸੀਗੇ ਤੇ ਉਹ ਤੁਸੀਂ ਆਣ ਕੇ ਉਹਦੀਆਂ ਕੁਝ ਨਾ ਕੁਝ ਸਵੀਟਾਂ ਜਾਂ ਰੇਹੜੀਆਂ ਜਾਂ ਕੁਝ ਖਾ ਲੈਂਦੇ ਸੀਗੇ। ਬਿਲਕੁਲ। ਇਹ ਮਤਲਬ ਜਿਹਨੂੰ ਤੁਸੀਂ ਇਹ ਸੀ ਕਿ ਬਈ ਇਹ ਸਾਲ ਨਵਾਂ ਚੜ੍ਹਦਾ, ਪਰ ਜੇ ਅੱਜ ਤੁਸੀਂ ਜਿਹੜੀ ਅੱਜ ਦੀ ਸੋਚ ਹੈ ਉਹ ਮੇਰੀ ਬਿਲਕੁਲ ਡਿਫਰੈਂਟ ਹੈ। ਹਾਂਜੀ। ਸਾਲ ਤੇ ਮਤਲਬ ਦਸੰਬਰ ਚੜ੍ਹਦਾ 23 ਤਰੀਕ ਨੂੰ, ਜੇ ਕਿ ਸਾਲ ਸ਼ੁਰੂ ਹੁੰਦਾ ਸਾਲ ਤੇ ਸਿਸਟਮ ਦੇ ਮੁਤਾਬਕ 23 ਦਸੰਬਰ ਨੂੰ ਸ਼ੁਰੂ ਹੁੰਦਾ। ਠੀਕ ਹੈ। ਹਾਂਜੀ। ਮੇਰੇ ਜਦ ਤੱਕ ਹੁਣ ਜਦ ਮੇਰੀ ਆਪਣਾ ਜੋ ਮੈਂ ਉਸ ਤੋਂ ਬਾਅਦ ਮਤਲਬ ਮੇਰੇ ਮਨ ਦੇ ਵਿੱਚ ਕੋਈ ਬੈਠਾ, ਕਿਉਂਕਿ ਜਦ ਤੁਸੀਂ ਦੇਖਦੇ ਆ ਸਾਡੀ ਅਸਲ 'ਚ ਡਾਕਟਰ ਸਾਹਿਬ ਸਾਡੀ ਔਰਤ ਨਾਲ ਸ਼ੂਦਰਾਂ ਵਰਗਾ ਸਲੂਕ ਇਹ ਸਦੀਆਂ ਤੋਂ ਹੁੰਦਾ ਆ ਰਿਹਾ। ਬਿਲਕੁਲ। ਉਹਨੂੰ ਉੱਠਣ ਨਹੀਂ ਦਿੱਤਾ ਜਾ ਰਿਹਾ। ਉਹਨੂੰ ਮਤਲਬ ਦੇਖੋ ਬੱਚਾ ਮੁੰਡਾ ਹੋਣਾ ਕੁੜੀ ਹੋਣਾ ਇਹ ਕੁਦਰਤੀ ਗੱਲ ਆ। ਔਰ ਸਾਡੇ ਸਮਾਜ ਦੇ ਵਿੱਚ ਲੜਕੀ ਦਾ ਜੰਮਣਾ ਇੱਕ ਬਹੁਤ ਹੀ ਮਤਲਬ ਹਾਲਾਂਕਿ ਉਹ ਦੁਨੀਆ ਨੂੰ ਤੋੜ ਰਹੀ ਆ। ਬਿਲਕੁਲ। ਦੁਨੀਆ ਉਹਦੇ ਜੇ ਮਾਂ ਨਾ ਹੋਵੇ, ਔਰਤ ਨਾ ਹੋਵੇ ਤਾਂ ਦੁਨੀਆ ਕਿੱਦਾਂ ਅੱਗੇ ਵਧੇਗੀ? ਇਹ ਤੋਂ ਬਿਨਾਂ ਗੱਲ ਪਾਤੀ ਜਾਂਦੀ ਆ। ਹੈਲੋ ਸੁਮਨ ਸਾਹਿਬ, ਨਹੀਂ ਇਹ ਮੁੰਡੇ ਚਾਹੀਦੇ ਆ, ਔਰਤ ਨਹੀਂ ਚਾਹੀਦੀ। ਸੁਮਨ ਸਾਹਿਬ ਇਹਨਾਂ ਨੂੰ ਪੁੱਛੇ ਕਿ ਵਿੱਚ ਔਰਤ ਨਹੀਂ ਚਾਹੀਦੀ, ਤੂੰ ਕਿੱਥੋਂ ਪੈਦਾ ਹੋਣਾ ਸੀਗਾ? ਮੈਂ ਜਿਹੜੀ ਸਮਝਾਉਣਾ ਬਹੁਤ ਮੁਸ਼ਕਲ ਸੀਗਾ, ਪਰ ਅੱਜ ਦਾ ਨੌਜਵਾਨ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਅੱਜ ਇਸ ਪਖੰਡ ਪੁਣੇ ਨੂੰ ਸਮਝ ਰਹੇ ਨੇ ਕਿ ਮੈਂ ਜਿੱਥੇ ਇਸ ਤਿਉਹਾਰ ਨੂੰ ਮੰਨਦਾ ਸੀ, ਅੱਜ ਮੇਰੇ ਦਿਲ 'ਚ ਇਸ ਤਿਉਹਾਰ ਬਾਰੇ ਕੋਈ ਵੀ ਇੱਜ਼ਤ ਮਾਣ ਨਹੀਂ ਗੀ। ਇਹ ਅਸਲ ਜਿਹੜੇ ਯੱਗ ਸ਼ੁਰੂ ਹੋਏ ਆ ਇਸੇ ਤੋਂ ਸ਼ੁਰੂ ਹੋਏ ਆ। ਤੁਸੀਂ ਬਾਕੀ ਰਸਮਾਂ ਵੀ ਦੇਖੋ ਨਾ, ਜਿਹੜੇ ਸਰਾਧ ਮਨਾਏ ਜਾਂਦੇ ਆ, ਸਰਾਧ ਤੁਹਾਨੂੰ ਪਤਾ ਕਿ ਡਾਕਟਰ ਸਾਹਿਬ
ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਬੰਦੇ ਜਿਹਨੂੰ ਇੱਕ ਸੀਰੀਜ਼ ਆਉਂਦੀ ਸੀਗੀ ਉਹ ਜਦ ਸਲਾਦ ਪੰਡਤਾਂ ਨੂੰ ਲਿਆ ਕੇ ਖਿਲਾਉਂਦੇ ਆ ਔਰਤ ਉਹਨੂੰ ਉਹਦਾ ਔਰਤ ਮਤਲਬ ਘਰ ਵਿੱਚ ਖਾਣਾ ਤਿਆਰ ਕਰਦੀ ਆ ਲੇਕਿਨ ਔਰਤ ਖਾ ਨਹੀਂ ਸਕਦੀ। ਉਹ ਜਿਸ ਵੇਲੇ ਉਹ ਸਾਧ ਖਾਣਾ ਹੋਏ ਆ ਤੇ ਜਿਹੜੀ ਘਰ ਦੀ ਔਰਤ ਆ ਉਹਨੂੰ ਪਰੇ ਰੱਖਿਆ ਜਾਂਦਾ ਸੀਗਾ। ਦੇਖੋ ਕਿੱਡਾ ਵੱਡਾ ਜ਼ੁਲਮ ਜਾਣੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਹੱਲੇ ਕੁਝ ਹੋ ਰਿਹਾ। ਤੁਸੀਂ ਔਰਤ ਦੇ ਨਾਲ ਜੋ ਕੁਝ ਹੋ ਰਿਹਾ ਅੱਜ ਸਾਡੇ ਸਮਾਜ ਦੇ ਵਿੱਚ ਆ ਜਿਹੜੀਆਂ ਨਾ ਚੀਜ਼ਾਂ ਪਾਈਆਂ ਇਹਨਾਂ ਚੀਜ਼ਾਂ ਕਰਕੇ ਹੋ ਰਿਹਾ। ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਲੜਕੀ ਨੂੰ ਜੰਮੇ ਮਾਰਤਾ ਜਾਂਦਾ ਸੀਗਾ ਔਰ ਉਹ ਹੱਲੇ ਤੱਕ ਵੀ ਇਹ ਚੀਜ਼ ਜਾ ਰਹੀ ਆ। ਫਿਰ ਦੱਸੋ ਮੈਂ ਕਿਹੜੀ ਸ਼ਾਹ ਨਾਲ ਕਿਹੜੇ ਉਤਸ਼ਾਹ ਨਾਲ ਇਸ ਨੂੰ ਮਤਲਬ ਇਹਦੇ ਦੀਵੇ ਜਗਾਵਾਂ ਤੇ ਇਹਦੀਆਂ ਰੇੜੀਆਂ ਬੰਦਾ। ਬਿਲਕੁਲ ਬਿਲਕੁਲ ਕਿੰਨਾ ਡਾਕਟਰ ਸਾਹਿਬ ਕਈ ਦਫਾ ਦੇਖਦੇ ਆ ਜਿਹਨੂੰ ਘਰ ਵਿੱਚ ਮੂੰਗਫਲੀ ਦੇ ਡੱਬੇ ਆ ਜਾਂਦੇ ਆ, ਮੈਨੂੰ ਬੜੀ ਖਿਜ ਆਉਂਦੀ ਆ ਓਨੈਸਟਲੀ। ਕਈ ਦਫਾ ਡਸਟਬਿਨ ਸਿੱਟਣੇ ਪੈਂਦੇ ਹੈਗੇ ਆ ਪਰ ਇਹਨਾਂ ਲੋਕਾਂ ਨੂੰ ਕੀ ਸਮਝਾਈਏ। This is the problem with our society. ਬਿਲਕੁਲ 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 ਸੁਮਨ ਸਾਹਿਬ ਯਾਨੀ ਕਿ ਮੇਰਾ ਸੰਬੰਧ ਆ ਇਹ ਕਿਸੇ ਚੀਜ਼ ਦੀ ਇਹਦੇ ਵਿੱਚ ਕੋਈ ਮਹੱਤਤਾ ਨਹੀਂ ਹੈਗੀ। ਰਾਈਟ ਇਹ ਬਿਲਕੁਲ ਔਰਤ ਨੂੰ ਜ਼ਲੀਲ ਕਰਨ ਵਾਸਤੇ ਜਿੱਥੇ ਮੁੰਡਾ ਜੰਮਦਾ ਉੱਥੇ ਖੁਸ਼ੀ ਹੁੰਦੀ ਸੀਗੀ, ਜੇ ਘਰ 'ਚ ਲੜਕੀ ਜੰਮ ਪਈ ਆ ਤਾਂ ਉਹ ਵਿਚਾਰੀ ਜ਼ਿੰਦਗੀ ਜਿਹੜੀ ਉਹ ਔਰਤ ਜਿਹੜੀ ਸੀਗੀ ਉਹ ਘਟੀਆ ਮਹਿਸੂਸ ਕਰਕੇ ਇਹ ਖੁਸ਼ੀਆਂ 'ਚ ਬੈਠੀ ਹੁੰਦੀ ਸੀ, ਉਹਦੇ ਤਾਨੇ ਮਾਰੇ ਜਾਂਦੇ ਸੀਗੇ। ਅੱਜ ਦੇ ਸਮਾਜ 'ਚ ਵੀ ਇਹ ਕੁਛ ਹੋ ਰਿਹਾ। ਇਹ ਸਰ ਕਿ ਇਹਨੂੰ ਕਿੱਦਾਂ ਮਨਾ ਸਕਦੇ ਆ। ਜਿੱਥੋਂ ਮੇਰਾ ਮੈਂ ਬੜਾ ਮੈਂ ਕੋਈ ਤਿਉਹਾਰਾਂ ਦੇ ਖਿਲਾਫ ਕੋ ਬੜਾ ਨਹੀਂ ਕਦੇ ਬੋਲਦਾ ਪਰ ਜਿੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਔਰਤ ਨਾਲ ਕਿਸੇ ਸਮਾਜ ਨਾਲ ਉਹਨੂੰ ਮੈਂ ਐਕਸੈਪਟ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈਗਾ। ਥੈਂਕ ਯੂ ਸੁਮਨ ਸਾਹਿਬ, ਥੈਂਕ ਯੂ ਜੀ। ਇਹ ਤਾਂ ਸੀ ਜੀ ਹਰਭਜਨ ਸੁਮਨ ਹੋਣੀ ਗ੍ਰੇਵੀਐਂਟ ਤੋਂ, ਅਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਸਾਨੂੰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ। ਅਜੇ ਵੀ ਸਾਡੇ ਤੋਂ 14 ਮਿੰਟ ਹੈਗੇ ਆ। ਗੱਲਾਂ ਇਨਕੇ ਬਹੁਤ ਸਾਹਮਣੇ ਆ ਰਹੀਆਂ ਹੈਗੀਆਂ। ਪਹਿਲੀ ਗੱਲ ਤਾਂ ਜਿਸ ਤਰ੍ਹਾਂ ਮੈਂ ਕੀਤੀ ਸੀ ਜਿਹੜੀ ਦਾਜ ਵਾਲੀ ਗੱਲ ਵੀ ਆਪਾਂ ਕਰਦੇ ਹੈਗੇ ਵੀ ਦਾਜ ਕਰਕੇ ਜੀ ਲੜਕੇ ਨੂੰ ਮਾਰਨੇ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ, ਗੁੱਡ ਈਵਨਿੰਗ ਸਰ। ਹਾਂਜੀ, ਗੁੱਡ ਈਵਨਿੰਗ ਜੀ। ਹੈਲੋ, ਬੜਾ ਅੱਛਾ ਤੁਸੀਂ ਟੌਪਿਕ ਰੱਖਿਆ। ਦੁੱਲਾ ਭੱਟੀ ਨਾਮ ਦੀ ਇੱਕ ਪਾਕਿਸਤਾਨ ਫਿਲਮ ਵੀ ਬਣੀ ਸੀ। ਹਾਂਜੀ ਹਾਂਜੀ। ਮੈਨੂੰ ਉਹਦੀ ਸਟੋਰੀ ਤੇ ਨਹੀਂ ਯਾਦ ਪਰ ਉਹਦਾ ਜ਼ਿਕਰ ਮੈਂ ਸੁਣ ਰਿਹਾ। ਹਾਂਜੀ। ਦੂਸਰਾ ਲੋਹੜੀ ਦੇ ਮੁਤਲਕ ਵੀ ਮੈਨੂੰ ਕੋਈ ਇੰਨਾ ਖਾਸ ਇਲਮ ਨਹੀਂ ਹੈਗਾ। ਜਿਹੜਾ ਮਨਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਹੋਵੇ। ਤੇ ਉਹਨਾਂ ਲੜਕਾ ਲੜਕੀ ਦੇ ਮੁਤਲਕ ਗੱਲ ਹੋ ਰਹੀ ਸੀ ਕਿ ਲੜਕਾ ਪੈਦਾ ਹੋਏ ਤੇ ਬੜੀਆਂ ਖੁਸ਼ੀਆਂ ਮਨਾਉਂਦੇ ਨੇ, ਲੜਕੀ ਹੋਵੇ ਤੇ ਮਤਲਬ ਉਹਨੂੰ ਸਾਡੇ ਰਸੂਲ ਕਰੀਮ ਦੇ ਜ਼ਮਾਨੇ ਤੋਂ ਪਹਿਲੇ ਅਗਰ ਕੋਈ ਲੜਕੀ ਪੈਦਾ ਹੁੰਦੀ ਸੀ ਉਹਨੂੰ ਜ਼ਿੰਦਾ ਦਰਗੋਰ ਕਰ ਦਿੰਦੇ ਸਨ। ਤੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਨਹੀਂ ਹੈ, ਬਿਲਕੁਲ ਲੜਕੀਆਂ ਰਹਿਮਤ ਨੇ, ਬਾਅਦ 'ਚ ਭੈਣ ਮਾਂ ਸਭ ਦਾ ਦਰਜਾ ਮਿਲਦਾ ਹੈ। ਤੇ ਮਾਂ ਨਾ ਹੁੰਦੀ ਤੇ ਅੱਜ ਔਰਤ ਕਿਸ ਤਰ੍ਹਾਂ ਮੁੰਡੇ ਵੀ ਉਹ ਜੰਮਦੀ ਹੈ, ਲੜਕੇ ਵੀ ਜੰਮਦੀ ਹੈ, ਔਰਤ ਵੀ ਜੰਮਦੀ ਹੈ। ਤੇ ਐਸਾ ਬੜਾ ਅੱਛਾ ਲੋਹੜੀ ਦੇ ਮੁਤਲਕ ਰੋਸ਼ਨੀ ਪਾ ਰਹੇ ਨੇ। ਤੇ ਮੈਨੂੰ ਤੇ ਤਿਉਹਾਰ ਦੀ ਜ਼ਿਆਦਾ ਦੇ ਬਾਰੇ ਪਤਾ ਨਹੀਂ, ਲੇਕਿਨ ਜਿਹੜੇ ਮਨਾ ਰਹੇ ਨੇ ਸਾਰਿਆਂ ਨੂੰ ਮੁਬਾਰਕਬਾਦ। ਥੈਂਕ ਯੂ ਬਹੁਤ ਮਿਹਰਬਾਨੀ ਜੀ। ਤੁਸੀਂ ਵੀ ਜਿਹੜਾ ਹੈਗਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ, ਕਿਉਂਕਿ ਮੈਂ 2-3 ਗੱਲਾਂ ਜਿਹੜੀਆਂ ਸੀ ਕਰਨੀਆਂ ਚਾਹੁੰਦਾ ਸੀ। ਇੱਕ ਤਾਂ ਭਾਈਚਾਰਕ ਸਾਂਝ ਜਿਹੜੀ ਸੀਗੀ ਉਸ ਟਾਈਮ 'ਤੇ, ਚਾਹੇ ਦੁੱਲਾ ਭੱਟੀ ਯਾਨੀ ਕਿ ਮੁਸਲਿਮ ਪਰਿਵਾਰ ਨੂੰ ਬਿਲੋਂਗ ਕਰਦਾ ਸੀਗਾ ਅਤੇ ਉਸ ਟਾਈਮ 'ਤੇ ਦੂਸਰਾ ਜਿਹੜੇ ਹਿੰਦੂ ਪਰਿਵਾਰ ਸੀਗੇ ਉਹਨਾਂ ਨਾਲ ਯਾਨੀ ਕਿ ਏਕਤਾ ਕਿੰਨੀ ਸੀਗੀ ਕਮਿਊਨਿਟੀ ਵਿੱਚ, ਜਿਹੜਾ ਸੀਗਾ ਪਿਆਰ ਕਿੰਨਾ ਸੀ, ਇੱਕ ਦੂਜੇ ਦੀ ਸਾਂਝ ਸੀਗੀ, ਇੱਕ ਦੂਜੇ ਦੇ ਦੁੱਖ ਸੁੱਖ ਦੀ ਸਾਂਝੀ ਸੀ। ਦੂਸਰੀ ਯਾਨੀ ਜਿਹੜੀ ਗੱਲ ਸੀ ਉਹ ਪੰਜਾਬ ਦਾ ਸੀਗਾ, ਉਹ ਹੀਰੋ ਸੀਗਾ ਜਿਹੜਾ ਕਿ ਇਨਜਸਟਿਸ ਦੇ ਖਿਲਾਫ ਯਾਨੀ ਕਿ ਲੜਦਾ ਸੀਗਾ, ਜਿਹੜਾ ਕਿ ਇਨਜਸਟਿਸ ਦੇ ਖਿਲਾਫ ਜਿਹਨੇ ਆਪਣਾ ਝੰਡਾ ਚੱਕਿਆ ਅਤੇ ਕਿਸੇ ਨਾਲ ਵੀ ਕੋਈ ਜਾਤੀ ਸੀ ਹੁੰਦੀ ਉਹਦੇ ਖਿਲਾਫ ਉਹ ਖੜ੍ਹਾ ਹੋਇਆ ਅਤੇ ਗਰੀਬਾਂ ਨੂੰ ਯਾਨੀ ਕਿ ਪੈਸੇ ਵੰਡਦਾ ਸੀਗਾ ਅਮੀਰਾਂ ਨੂੰ ਲੁੱਟ ਕੇ, ਤਾਂ ਕਿ ਯਾਨੀ ਜਿਹੜੇ ਗਰੀਬ ਹੈਗੇ ਆ ਉਹ ਚੰਗਾ ਸੁੱਖ ਜੀਵਨ ਬਤੀਤ ਕਰ ਸਕਣ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਹਾਂਜੀ ਵੀਰ ਜੀ, ਮੈਂ ਜਗਦੀਸ਼ ਸਿੰਘ ਗਲਾਸਕੋ ਤੋਂ। ਜਗਦੀਸ਼ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਸੋਹਣੇ ਟੌਪਿਕ ਲੈ ਕੇ ਆਉਂਦੇ ਹੋ। ਤੁਹਾਨੂੰ ਬਹੁਤ ਜ਼ਿਆਦਾ ਨਵੇਂ ਸਾਲ ਦੀ ਵਧਾਈ ਔਰ ਲੋਹੜੀ ਦੀ ਵਧਾਈ। ਬਾਕੀ ਜਿਹੜੇ ਤੁਸੀਂ ਚੰਗੇ ਕੰਮ ਕਰਦੇ ਹੋ ਸਾਰੇ ਚੰਗਾ ਕੰਮਾਂ ਦੀ ਵਧਾਈ। ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ, ਇਹ ਸਮਾਗਮ ਧਾਰਮਿਕ ਨਹੀਂ, ਇਹ ਸਮਾਜਿਕ ਹੈ। ਐਬਸੋਲੂਟਲੀ ਔਰ ਇਤਿਹਾਸਕ ਯਾਦ ਤਾਜ਼ਾ ਕਰਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਹਾਕਮਾਂ ਦਾ ਜਿਹੜੀ ਧੱਕੇਸ਼ਾਹੀ ਵਾਲਾ ਜਿਹੜਾ ਸੀਗਾ ਨਾ ਕੰਮ, ਉਹ ਇਹਦਾ ਤੁਸੀਂ ਲਾ ਲਓ ਵੀ ਹਮੇਸ਼ਾ ਇੱਕ ਐਸੀ ਚੀਜ਼ ਸਾਹਮਣੇ ਆਉਂਦੀ ਹੈ ਜਿਹੜੀ ਗਾ ਕੇ ਬੱਚੇ ਦਰ ਤੇ ਜਾ ਕੇ ਇਹ ਦੱਸਦੇ ਹੈ ਕਿ ਧੱਕੇਸ਼ਾਹੀ ਸਾਨੂੰ ਨਹੀਂ ਪਸੰਦ ਹੈ ਔਰ ਇਹ ਹੋਕਾ ਅੱਜ ਵੀ ਇਹਦਾ ਬਹੁਤ ਜ਼ਰੂਰਤ ਹੈ, ਬਹੁਤ ਲੋੜੀਂਦਾ ਹੈ। ਕਿਸਾਨਾਂ ਨਾਲ ਜਿਹੜੀ ਤਾਨਾਸ਼ਾਹੀ ਹੋ ਰਹੀ ਹੈ ਨਾ, ਤੇ ਜੇ ਏਦਾਂ ਦੇ ਛੋਟੇ ਤੁਹਾਡੇ ਬੈਕ ਮਾਈਂਡ ਦੇ ਵਿੱਚ ਤੁਸੀਂ ਤਾਂ ਫਿਲਾਸਫੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ,
ਬੈਕ ਮਾਈਂਡ ਵਿੱਚ ਤੁਹਾਡੇ ਚੱਲ ਰਹੇ ਹੋਣ ਤਾਂ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਅੱਜ ਵੀ ਰੋਬਿਨ ਹੁੱਡ ਦੀ ਜ਼ਰੂਰਤ ਹੈ, ਅੱਜ ਵੀ ਦੁੱਲਾ ਭੱਟੀ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ। ਔਰ ਇਹੀ ਲੁੱਟ ਖੋਹ ਜਿਹੜੀ ਸੀ ਨਾ ਗਜ਼ਨੀ ਦੀਆਂ ਮੰਡੀਆਂ ਦੇ ਵਿੱਚ ਟਕੇ ਟਕੇ ਨੂੰ ਹਿੰਦੂ ਔਰਤਾਂ ਜਿਹੜੀਆਂ ਵਿਕਦੀਆਂ ਸੀ, ਉੱਥੇ ਵੀ ਦੁੱਲਾ ਭੱਟੀ ਜਿਹੜੇ ਵਰਗੇ ਜਿਹੜੇ ਬਹਾਦਰ ਸਿੱਖ ਉਹ ਦੁੱਲਾ ਭੱਟੀ ਦਾ ਹੀ ਕੰਮ ਕਰਦੇ ਸੀਗੇ ਜਾ ਕੇ। ਮੈਨੂੰ ਇਹ ਪੱਕਾ ਪਤਾ ਨਹੀਂ ਵੀ ਸ਼ਾਇਦ ਦੁੱਲਾ ਭੱਟੀ ਤਾਂ ਬਹੁਤ ਪੁਰਾਣੀ ਕੋਈ ਰਵਾਇਤ ਹੈ, ਲੇਕਿਨ ਆ ਜਿਹੜੀ ਗਜ਼ਨੀ ਹੈ ਨਾ ਇਹਦੇ ਵਿੱਚ ਤਾਂ ਲੇਟੈਸਟ ਇਹ ਮੇਰੇ ਖਿਆਲ ਉਸ ਤੋਂ ਕੁਛ ਬਾਅਦ ਦੀ ਹੋਣੀ ਹੈ, ਮੈਂ ਸ਼ਾਇਦ ਗਲਤ ਨਾ ਹੋਵਾਂ। ਤੇ ਮੈਂ ਇੱਕ ਗੱਲ ਯਾਦ ਕਰਾ ਦੇਵਾਂ, ਇਹ ਸਵਯੰਵਰ ਜਿਹੜੀ ਰਸਮ ਸੀ ਨਾ, ਜਿਹਨੂੰ ਸਵੰਬਰ ਕਹਿੰਦੇ ਨੇ ਹਿੰਦੀ ਚ ਸਵਯੰਵਰ ਵੀ, ਆਪਣਾ ਪਤੀ ਆਪ ਚੁਣਨਾ। ਹਾਂਜੀ ਹਾਂਜੀ ਹਾਂਜੀ। ਅੱਛਾ, ਆਪਣਾ ਪਤੀ ਆਪ ਚੁਣਨਾ, ਤੇ ਉਹਦੇ ਵਿੱਚ ਵੀ ਇਹ ਹੈ ਕਿ ਮਾਪਿਆਂ ਦੀ ਜਿਹੜੀ ਜਿੱਦ ਉਹ ਨਹੀਂ ਚੱਲਣ ਦੇਣੀ। ਔਰਤ ਜਿਹੜੀ ਹੈ ਨਾ ਉਹਨੂੰ ਇੰਨਾ ਹੱਕ ਹੋਣਾ ਚਾਹੀਦਾ ਵੀ ਉਹ ਆਪਣਾ ਪਤੀ ਆਪੇ ਚੁਣੇ। ਬਿਲਕੁਲ। ਔਰ ਉਹਦੇ ਵਿੱਚ ਵੀ ਇਹ ਨਹੀਂ ਕੋਈ ਧੱਕੇਸ਼ਾਹੀ ਨਾਲ ਲੈ ਜਾਵੇ, ਜਿਹੜਾ ਬਹਾਦਰੀ ਦਿਖਾਵੇ ਉਹ ਜੇ ਸਭ ਤੋਂ ਵਧੀਆ ਤਾਂ ਹੁਣ ਅਰਜੁਨ ਦੀ ਗੱਲ ਆਉਂਦੀ ਹੈ, ਜਿਹੜੇ ਰਾਮਚੰਦਰ ਜੀ ਔਰ ਸੀਤਾ ਜੀ ਦੀ ਗੱਲ ਆਉਂਦੀ ਹੈ, ਤੇ ਜਿਹੜੀ ਦ੍ਰੋਪਦੀ ਦੀ ਅਰਜਨ ਦੇ ਵੇਲੇ ਵਿਆਹ ਹੋਇਆ ਇਹ ਸਭ ਸਵੰਬਰ ਤੇ ਹੋਏ ਸੀਗੇ। ਔਰ ਅਜੀਬ ਹੀ ਗੱਲ ਹੈ ਕਿ 70s 80s ਚ ਲਵ ਮੈਰਿਜ ਜਿੰਨੀਆਂ ਫਿਲਮਾਂ ਆਈਆਂ ਨੇ ਬੰਬੇ ਉਹਦੇ ਬਾਲੀਵੁੱਡ ਚੋਂ, ਉਹਦੇ ਵਿੱਚ ਵੀ ਮਾਂ ਬਾਪ ਦਾ ਟਕਰਾਓ ਜਿਹੜਾ ਨਾ ਇਹ ਬੱਚਿਆਂ ਦੇ ਲਵ ਮੈਰਿਜ ਨਾਲ ਪਿਆਰ ਨਾਲ ਹੁੰਦਾ ਸੀਗਾ, ਔਰ ਆਖਰ ਪਿਆਰ ਹੀ ਜਿੱਤਦਾ ਸੀਗਾ। ਹਾਂਜੀ ਹਾਂਜੀ ਹਾਂਜੀ। ਅੱਗੇ ਜਿਹੜੀ ਛੋਟੀ ਜਿਹੀ ਗੱਲ ਇਹ ਹੋਰ ਹੈ ਕਿ ਇਹ ਕਹਿਣਾ ਵੀ ਹੁਣ ਬਿਲਕੁਲ ਠੀਕ ਨਹੀਂ ਕਿ ਸਿਰਫ ਮੁੰਡਿਆਂ ਵਾਸਤੇ ਹੈ। ਸਾਡੀ ਨਜ਼ਰ ਦੇ ਵਿੱਚ ਐਸੀਆਂ ਬਹੁਤ ਘਟਨਾਵਾਂ ਦੇਖੀਆਂ ਜਿਹਦੇ ਵਿੱਚ ਹੁਣ ਕੁੜੀਆਂ ਦੀ ਵੀ ਲੋਹੜੀ ਮਨਾਈ ਜਾ ਰਹੀ ਹੈ। ਪਰ ਜਗਦੀਸ਼ ਜੀ, ਯਾਨੀ ਕਿ ਉਹ ਇੱਕ ਸਿੰਬਲ ਜਿਹਾ ਬਣ ਗਿਆ ਹੈਗਾ ਵੀ ਹਾਂ ਜੀ ਅਸੀਂ ਕੁੜੀ ਦੀ ਮਨਾਤੀ, ਪਰ ਕੀ ਸਾਈਕੀ ਚੇਂਜ ਹੋ ਗਈ ਹੈ? ਨਹੀਂ, ਸੁਸਾਇਟੀ ਦੇ ਅੰਦਰੋਂ ਤਾਂ ਚੇਂਜ ਨਹੀਂ ਹੋਈ ਹੈਗੀ, ਪਰ ਦੇਖੋ ਆਪਣਾ ਕੰਮ ਹੈ ਹੋਕਾ ਦੇ ਜਾਣਾ। ਅਗਰ ਦੇਖੋ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਜਾਓ, ਮੈਂ ਕਦੇ ਕਿਸੇ ਕੁੜੀ ਦੀ ਲੋਹੜੀ ਨਹੀਂ ਦੇਖੀ ਸੀ। ਹੁਣ ਇਹ ਅੱਗੇ ਤੋਂ ਜਿਹੜਾ ਬਦਲਦਾ ਜਾ ਰਿਹਾ ਤੇ ਹੌਲੀ ਹੌਲੀ ਸ਼ੁਰੂ ਹੋਊਗਾ, ਆਖਰ ਤੇ ਕਿਤੇ ਨਾ ਕਿਤੇ ਤਾਂ ਕੋਈ ਜਿਹੜੀ ਅਚੀਵਮੈਂਟ ਆਪਣੀ ਹੋਏਗੀ, ਆਪਣੀ ਸਫਲਤਾ ਹੋਊਗੀ। ਔਰ ਦੂਜੀ ਛੋਟੀ ਜਿਹੀ ਗੱਲ ਕਹਿ ਕੇ ਮੈਂ ਵਿਦਾ ਲਵਾਂ, ਕਿਉਂਕਿ ਹੋਰ ਬੰਦੇ ਬਹੁਤ ਉਡੀਕਦੇ ਹੋਣੇ ਆ। ਲੋਹੜੀ ਦੀਆਂ ਇਹ ਜਿਹੜੀਆਂ ਖੁਸ਼ੀਆਂ ਹੁੰਦੀਆਂ ਨਾ, ਇਹ ਬੱਚੇ ਜਿਸ ਵੇਲੇ ਘਰ ਘਰ ਜਾ ਕੇ ਲੋਹੜੀ ਮੰਗਦੇ ਆ, ਉਹਦੇ ਵਿੱਚ ਉਹਨਾਂ ਦਾ ਆਪਸ ਵਿੱਚ ਪਿਆਰ ਵੱਧਦਾ। ਔਰ ਜਿਸ ਮੁਹੱਲੇ ਤੇ ਜਦੋਂ ਕਹਿੰਦੇ ਉਹ ਫਲਾਣੇ ਦਾ ਮੁੰਡਾ ਆ ਗਿਆ, ਟਿਮਕੇ ਦੀ ਕੁੜੀ ਆ ਗਈ, ਲੋਹੜੀ ਮੰਗਣ ਆਏ ਆ, ਉਹ ਮੁਹੱਲੇ 'ਚ ਪਿਆਰ ਵੱਧਦਾ। ਔਰ ਜਿਵੇਂ ਵੀਰ ਜੀ ਨੇ ਹੁਣੇ ਕਿਹਾ ਕਿ ਕਮਰਸ਼ੀਅਲੀ ਵੀ ਦੇਖੋ ਇੱਕ ਟ੍ਰੇਡ ਹੈ ਕਿ ਇਹਨਾਂ ਦਿਨਾਂ 'ਚ ਰਿਓੜੀਆਂ, ਗੱਚਕ, ਮੂੰਗਫਲੀ ਇਹ ਵਿਕਦੀਆਂ, ਕਿਉਂਕਿ ਉਹ ਦੁਕਾਨਦਾਰ ਕਾਫੀ ਚਿਰ ਦੇ ਜਿਵੇਂ ਦੀਵਾਲੀ ਕਰਕੇ ਬੈਠੇ ਹੁੰਦੇ ਆ, ਇਸ ਤਰ੍ਹਾਂ ਇਹ ਬੈਠੇ ਹੁੰਦੇ ਵੀ ਸਾਨੂੰ ਭਾਈ ਕੋਈ 4 ਪੈਸਿਆਂ ਦੀ ਆਮਦਨੀ ਹੋਗੀ। ਵੈਸੇ ਆਖਰ ਤੇ ਮੈਂ ਇਹ ਗੱਲ ਕਹੂੰਗਾ ਕਿ ਪੰਜਾਬੀਆਂ ਨੂੰ ਤਾਂ ਖੁਸ਼ ਹੋਣ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ, ਭਾਵੇਂ ਉਹ ਲੋਹੜੀ ਹੋਵੇ, ਭਾਵੇਂ ਉਹ ਦੀਵਾਲੀ ਹੋਵੇ। ਤੇ ਅਚਾਨਕ ਜੀ ਇਹੋ ਜਿਹੀ ਗੱਲ ਹੈ, ਜਿਵੇਂ ਦੁੱਲਾ ਭੱਟੀ ਸੀ ਨਾ, ਇਹਦਾ ਐਗਜ਼ਾਮਪਲ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ, ਜਿਵੇਂ ਰੋਬਿਨ ਹੁੱਡ ਹੁੰਦਾ। ਰੋਬਿਨ ਹੁੱਡ ਜਿਹੜਾ ਨਾ, ਇਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ, ਲੇਕਿਨ ਉਹ ਦੂਸਰੇ ਪਾਸੇ ਜਿਹੜੇ ਲੋਹੜੀ ਮੰਗਣ ਜਾਣ ਬੱਚੇ ਪੁੱਛਦੇ ਕੀ ਹੁੰਦੇ ਆ, ਅਸੀਂ ਕਹਿੰਦੇ ਆ ਜਿਵੇਂ ਹਾਲੋਵੀਨ ਤੇ ਟ੍ਰਿਕ ਐਂਡ ਟ੍ਰੀਟ ਹੁੰਦੀ ਨਾ, ਇਹੀ ਲੋਹੜੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਲੋਹੜੀ ਦੀ ਵਧਾਈ ਹੋਵੇ। ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਪਰਮਾਤਮਾ ਕਰੇ ਤੁਸੀਂ ਇਹਦੇ 'ਚ ਹਮੇਸ਼ਾ ਕਾਮਯਾਬ ਹੋ। ਤੇ ਕਦੀ ਕਦੀ ਆਵਾਜ਼ FM 'ਚ ਹੁਣ ਦੁਬਾਰਾ ਕਦੀ ਸਾਡੇ ਹਾਜ਼ਰ ਲਵਾ ਦਿਆ ਕਰੋ, ਬੜੀ ਮਿਹਰਬਾਨੀ ਹੋਊ। ਜ਼ਰੂਰ ਜੀ, ਮੈਨੂੰ ਉਹਨਾਂ ਦੀ ਉਡੀਕ ਰਹੂਗੀ, ਉਹਨਾਂ ਦੀ ਵੀ ਉਹ ਹਾਕ ਮਾਰਨ, ਮੈਂ ਤਿਆਰ ਹੈਗਾ। ਇਹ ਤੁਸੀਂ ਜਗਦੀਸ਼ ਸਿੰਘ ਹੋਣੀ ਗਲਾਸਗੋ ਤੋਂ ਬੜੀ ਦੂਰ ਤੋਂ ਟੈਲੀਫੋਨ ਕੀਤਾ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ, ਅਜੇ ਵੀ ਸਾਡੇ ਤੋਂ 7 ਮਿੰਟ ਹੈ, 7.5 ਮਿੰਟ ਤੁਸੀਂ ਅਜੇ ਵੀ ਗੱਲ ਕਰ ਸਕਦੇ ਆ। 2-3 ਗੱਲਾਂ ਕਿਹੜੀਆਂ ਆ ਰਹੀਆਂ ਹੈਗੀਆਂ। ਇੱਕ ਤਾਂ ਜਿਸ ਤਰ੍ਹਾਂ ਮੈਂ ਗੱਲ ਕੀਤੀ, ਕਿਉਂਕਿ ਇਹਦਾ ਮੌਸਮ ਨਾਲ ਸੰਬੰਧ ਹੈਗਾ। ਦੂਸਰਾ ਦੁੱਲੇ ਭੱਟੇ ਦੀ ਕਹਾਣੀ ਹੈ, ਇੰਜਸਟਿਸ ਦੇ ਖਿਲਾਫ, ਯਾਨੀ ਕਿ ਲੜਨ ਵਾਲੀ ਗੱਲ ਹੈਗੀ ਆ। ਤੀਸਰਾ ਕਿਹੜਾ ਹੈਗਾ, ਲੜਕੀਆਂ ਦੀ ਗੱਲ ਹੈਗੀ ਆ। ਕਿਸੇ ਚੀਜ਼ ਨੂੰ ਦੌਰ ਪਾਈ ਜਾਣਾ, ਉਹ ਗੱਲ ਮੈਂ ਬਿਲਕੁਲ ਨਹੀਂ, ਉਸ ਚੀਜ਼ ਦੇ ਪਰਸਨਲੀ ਜਾਤੀ ਤੌਰ 'ਤੇ ਮੈਂ ਸਹਿਮਤ ਵਿੱਚ ਨਹੀਂ ਹੈਗਾ। ਜਿਹੜਾ ਅਸਲੀ ਮਨਸ਼ਾ ਹੈਗਾ ਇੰਜਸਟਿਸ ਦੇ ਖਿਲਾਫ ਹੀ ਲੜਾਈ ਵਾਲੀ ਗੱਲ ਹੈਗੀ ਆ, ਉਹ ਬਹੁਤ ਜ਼ਰੂਰੀ ਹੈਗਾ। ਹੈਲੋ ਜੀ, ਕੌਣ ਤੋਂ ਜੀ, ਕਿੱਥੇ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਹਰੀ ਡਾਕਟਰ ਜੀ, ਕੀ ਹਾਲ ਹੈ? ਠੀਕ ਠਾਕ ਹੋ? ਮੈਂ ਠੀਕ ਹੈ। ਹਾਂਜੀ, ਮਨਿੰਦਰ ਮਾਨ ਬੋਲਦਾ। ਹਾਂਜੀ, ਕੀ ਕਹਿਣਾ ਚਾਹੋਗੇ? ਬਸ ਇਹੀ ਲੋਹੜੀ ਬਾਰੇ ਮੈਂ ਦੱਸਣਾ ਚਾਹੁੰਦਾ। ਮੈਂ ਕਿਹਾ ਵੀ ਉਹ ਠੀਕ ਕਹਿ ਰਹੇ, ਦੁੱਲਾ ਭੱਟੀ ਦਾ ਜਿੱਦਾਂ ਜੋ ਵੀ ਵਿਚਾਰ ਕਰਦੇ ਉਹਦੇ ਕਰਕੇ ਜ਼ਿਆਦਾ ਮਸ਼ਹੂਰ ਹੋ ਗਈ। ਪਰ ਵੈਸੇ ਉਹਨਾਂ ਨੇ ਬ੍ਰਾਹਮਣਾਂ ਦੀ ਲੜਕੀ ਸੀ ਜਿਹਦਾ ਨਾਮ ਸੁੰਦਰੀ ਸੀ, ਤੇ ਉਹਦਾ ਵਿਆਹ ਕਰਵਾਇਆ ਸੀ, ਜਿੱਦਾਂ ਉਹਨਾਂ ਕੋਲ ਜ਼ਾਲਮਾਂ ਕੋਲੋਂ ਛਡਾ ਕੇ। ਤਾਂ ਫਿਰ ਸੁੰਦਰ ਮੁੰਦਰੀ, ਜਿੱਦਾਂ ਹੁਣ ਆਪਾਂ ਲੋਹੜੀ ਮੰਗਣ ਜਾਂਦੇ, ਉਹਦਾ ਜ਼ਿਆਦਾ ਕਰੀਦਾ। ਪਰ ਉਦਾਂ ਇਹ ਧਾਰਮਿਕ ਵੀ ਹੈਗਾ, ਜਿਹਦਾ ਪ੍ਰਹਲਾਦ ਭਗਤ ਦੀ ਭੂਆ ਜਿਹੜੀ ਸੀਗੀ, ਉਹਦਾ ਨਾਂ ਲੋਹੜੀ ਸੀਗਾ, ਤੇ ਉਹ ਜਾਣੀ ਕਿ ਧਾਰਮਿਕ ਖਿਆਲਾਂ ਦਾ ਸੀਗਾ। ਤਾਂ ਉਹਨੇ ਆਪਣੇ ਭਰਾ ਨੂੰ ਕਿਹਾ ਤੇ ਮੈਂ ਇਹਨੂੰ ਲੈ ਕੇ ਜੱਗ 'ਚ ਬਹਿ ਜਾਂਦੀ ਹਾਂ, ਤੇ ਮੈਂ ਛੱਡਣਾ ਨਹੀਂ, ਇਹਨੂੰ ਸੜ ਜਾਣਾ। ਤੇ ਉਹ ਫਿਰ ਉਹ ਸੜ ਗਈ ਸੀ, ਤੇ ਉੱਪਰ ਪ੍ਰਹਲਾਦ ਭਗਤ ਠੀਕ ਰਹਿ ਗਏ ਸੀ। ਇਹ ਦੋ ਹੀ ਗੱਲਾਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਓਕੇ ਜੀ, ਬਹੁਤ ਮਿਹਰਬਾਨੀ ਜੀ। ਖੈਰ ਮੈਨੂੰ ਜ਼ਿਆਦਾ ਨਹੀਂ ਪਤਾ, ਨਾ ਹੀ ਮੈਂ ਬਹੁਤਾ ਮਾਈਥੋਲੋਜੀ ਵਿੱਚ ਜਾਣਾ ਹੈਗਾ।
ਤੇ ਕਿਉਂਕਿ ਜਿਹੜਾ ਇਤਿਹਾਸ ਹੈਗਾ ਕੁਛ ਹੋਰ ਹੁੰਦਾ ਹੈਗਾ, ਮਿਥਿਹਾਸ ਜਿਹੜਾ ਹੈਗਾ ਉਹ ਕੁਛ ਹੋਰ ਹੁੰਦਾ ਹੈਗਾ। ਤੇ ਜੋ ਯਾਨੀ ਕਿ ਫੈਕਟਸ ਐਂਡ ਫਿਗਰ ਜਿਹੜੇ ਕਿ ਮੈਂ ਵੀ ਗਾਉਂਦਾ ਰਿਹਾ ਹਾਂ, ਸੁੰਦਰੀਏ ਨੀ ਮੁੰਦਰੀਏ ਤੇਰਾ ਕੌਣ ਵਿਚਾਰਾ, ਤੇ ਸੁੰਦਰੀ ਤੇ ਮੁੰਦਰੀ ਦੋ ਲੜਕੀਆਂ ਦੇ ਨਾਂ ਸੀਗੇ ਜਿਹੜੇ ਕਿ ਦੁੱਲਾ ਭੱਟੀ ਨੇ ਛੁਡਾ ਕੇ ਲਿਆਂਦੀਆਂ ਸੀ, ਉਹਨਾਂ ਦਾ ਵਿਆਹ ਸੀ ਕੀਤਾ। ਸਾਡਾ ਬਹੁਤ ਵੱਡਾ ਫੋਕ ਹੀਰੋ ਹੈਗਾ, ਇਨਜਸਟਿਸ ਦੇ ਖਿਲਾਫ ਲੜਿਆ ਹੈਗਾ, ਲੜਕੀਆਂ ਦੇ ਹੱਕ ਵਿੱਚ ਲੜਿਆ ਹੈਗਾ। ਤੇ ਜਿਹੜਾ ਡਰਾਮਾ ਅਸੀਂ ਸ਼ੁਰੂ ਕਰਤਾ ਹੈਗਾ ਲੈ ਸਿਰਫ ਮੁੰਡਿਆਂ ਦੀ ਲੋਹੜੀ ਮਨਾਉਣੀ ਹੈਗੀ ਤੇ ਕੁੜੀਆਂ ਦੀ ਨਹੀਂ ਮਨਾਉਂਦੇ ਹੈ, ਉਹ ਗਲਤ ਗੱਲ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਮੋਹਨ ਲਾਲ ਕਰੀਮਪੁਰੀ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ ਮੋਹਨ ਲਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਕਹਿਣਾ ਤਾਂ ਬਹੁਤ ਕੁਝ ਕਹਿ ਦਿੱਤਾ, ਪਹਿਲਾਂ ਆਏ ਕਾਲਰਾਂ ਨੇ ਬਹੁਤ ਕੁਝ ਕਹਿ ਦਿੱਤਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮੈਂ ਅੱਜ ਦੇ ਦਿਨ ਤੇ ਭੈਣ ਮਾਇਆਵਤੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਮਾਜ ਨੂੰ ਦੇਣੀਆਂ ਚਾਹੁੰਦਾ। ਤੁਹਾਨੂੰ ਵੀ ਜੀ ਬਹੁਤ ਸਾਰੀਆਂ ਵਧਾਈਆਂ। ਤੇ ਦੂਸਰੀ ਗੱਲ ਇਹ ਹੈ, ਤੁਸੀਂ ਜਿਹੜਾ ਵਿਸ਼ਾ ਅੱਜ ਰੱਖਿਆ ਲੋਹੜੀ ਦਾ ਰੱਖਿਆ, ਹਾਂਜੀ, ਇਹਦਾ ਮੈਂ ਕਈ ਵਿਦਵਾਨਾਂ ਦਾ ਵੀ ਪੜ੍ਹਿਆ ਤੇ ਮੇਰਾ ਵੀ ਇਹ ਮਾਨਣਾ ਹੈਗਾ ਆ ਕਿ ਜਿੰਨੇ ਵੀ ਤਿਉਹਾਰ ਹੁੰਦੇ ਆ ਭਾਰਤ ਦੇ ਵਿੱਚ ਕਹਿ ਲਓ ਜਾਂ ਦੁਨੀਆ ਦੇ ਵਿੱਚ ਕਹਿ ਲਓ, ਉਹ ਤਿਉਹਾਰ ਮਾਲਕ ਸਮਾਜ ਦੇ ਹੁੰਦੇ ਆ। ਜਿਹੜੇ ਲੋਕ ਰਾਜਕਰਤਾ ਲੋਕ ਹੁੰਦੇ ਆ ਉਹਨਾਂ ਦੇ ਬਣਾਏ ਉਹ ਤਿਉਹਾਰ ਹੁੰਦੇ ਆ, ਪ੍ਰਜਾ ਉਹਨਾਂ ਤਿਉਹਾਰਾਂ ਨੂੰ ਮੰਨਦੀ ਆ। ਸਮਝਣ ਦੀ ਗੱਲ ਆ, ਚਾਹੇ ਲੋਹੜੀ ਆ, ਚਾਹੇ ਹੋਲੀ ਆ, ਚਾਹੇ ਦੀਵਾਲੀ ਆ, ਚਾਹੇ ਦੁਸਹਿਰਾ ਆ, ਇਹ ਰਾਜਕਰਤਾ ਲੋਕਾਂ ਦੇ ਤਿਉਹਾਰ ਆ, ਖੁਸ਼ੀਆਂ ਦੇ, ਜਿਨ੍ਹਾਂ ਨੂੰ ਸਮਾਜ ਨੂੰ ਮਜਬੂਰ ਕਰਨਾ ਪੈਂਦਾ ਸੱਭਿਆਚਾਰ ਰਾਹੀਂ ਕਿ ਤੁਸੀਂ ਇਹ ਮਨਾਓ, ਇਹ ਤੁਸੀਂ ਖੁਸ਼ੀ ਮਨਾਓ, ਦਰ ਜਾ ਕੇ ਮੰਗੋ, ਭੀਖ ਮੰਗੇ ਬਣੋ। ਮੈਂ ਇਸ ਕਰਕੇ ਇਹ ਲੋਹੜੀ ਲਾੜੀ ਦੀ ਖੁਸ਼ੀਆਂ ਖੁਸ਼ੀਆਂ ਦੀ ਕੋਈ ਗੱਲ ਨਹੀਂ, ਇਹ ਮਾਲਕਾਂ ਦਾ ਤਿਉਹਾਰ ਸਾਡੇ ਤੇ ਲੱਦਿਓ ਤਿਉਹਾਰ ਆ ਜਿਹੜੇ ਅਸੀਂ ਚੱਕੀ ਫਿਰਦੇ ਆ। ਤੁਸੀਂ ਇਹ ਦੱਸੋ ਵੀ ਜਦ ਗੁਲਾਮ ਸਮਾਜ ਇਹਨਾਂ ਤਿਉਹਾਰਾਂ ਖਿਲਾਫ ਬਗਾਵਤ ਕਰਦਾ ਤਾਂ ਫਿਰ ਮਾਲਕ ਨੂੰ ਕਿਉਂ ਤਕਲੀਫ ਹੁੰਦੀ ਆ ਇਹ ਬਗਾਵਤ ਕਰਦਾ? ਉਹਨੂੰ ਇਸ ਕਰਕੇ ਤਕਲੀਫ ਹੁੰਦੀ ਆ, ਇਹ ਸਾਡਾ ਰਾਜ ਹੁਣ ਮੰਨਣਾ ਨਹੀਂ ਚਾਹੁੰਦਾ। ਇਸ ਕਰਕੇ ਇਹ ਜਿਹੜੇ ਤਿਉਹਾਰਾਂ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਆ। ਅਸੀਂ ਤਾਂ ਹਜ਼ਾਰਾਂ ਸਾਲਾਂ ਤੋਂ ਗੁਲਾਮ ਰਹੇ ਆ, ਇਹਨਾਂ ਦੇ ਤਿਉਹਾਰ ਮਨਾਉਂਦੇ ਰਹੇ ਆ, ਆਪਣਾ ਰੁਪਈਆ ਪੈਸਾ ਜੋ ਵੀ ਇਹਨਾਂ ਦੇ ਤਿਉਹਾਰਾਂ ਤੇ ਲੁਟਾਉਂਦੇ ਰਹੇ ਆ, ਤਾਂ ਲੁੱਟ ਹੁੰਦੇ ਆਏ ਆ। ਸਾਨੂੰ ਤਾਂ ਇਹਨਾਂ ਤਿਉਹਾਰਾਂ ਦਾ ਬਾਈਕਾਟ ਕਰਨਾ ਚਾਹੀਦਾ। ਸਾਨੂੰ ਤਾਂ ਆਪਣੇ ਨਵੇਂ ਤਿਉਹਾਰ ਜਿਹੜੇ ਬਾਬਾ ਸਾਹਿਬ ਹੈ, ਡਾਕਟਰ ਅੰਬੇਦਕਰ ਆ, ਗੁਰੂ ਰਵਿਦਾਸ ਆ, ਭੈਣ ਮਾਇਆਵਤੀ ਆ, ਜੋਤੀ ਰਾਓ ਫੂਲੇ ਆ, ਇਹਨਾਂ ਦੇ ਜਨਮ ਦਿਨ ਸਾਨੂੰ ਮਨਾਉਣੇ ਚਾਹੀਦੇ ਆ, ਨਾ ਕਿ ਇਹ ਬ੍ਰਾਹਮਣਵਾਦੀ ਲੋਕਾਂ ਦੇ। ਨੰਬਰ 2, ਇਹ ਭਾਰਤ ਆਮ ਕਿਹਾ ਜਾਂਦਾ, ਇਹ ਮੇਰਾ ਵਿਚਾਰ ਹੈ ਵੈਸੇ, ਆਮ ਕਿਹਾ ਜਾਂਦਾ ਕਿ ਭਾਰਤ ਦੇ ਵਿੱਚ ਮਰਦ ਪ੍ਰਧਾਨ ਸਮਾਜ ਹੈ, ਪਰ ਮੈਂ ਇਹ ਗੱਲ ਕਹਾਂਗਾ ਮਰਦ ਪ੍ਰਧਾਨ ਨਹੀਂ ਹੈ, ਬ੍ਰਾਹਮਣ ਪ੍ਰਧਾਨ ਸਮਾਜ ਹੈ। ਕਿਉਂਕਿ ਜਿਹੜਾ ਮਰਦ ਹੈ ਉਹ ਬ੍ਰਾਹਮਣਵਾਦ ਦੀ ਥਿਊਰੀ ਤੇ ਚੱਲਦਾ, ਇਸ ਕਰਕੇ ਬ੍ਰਾਹਮਣ ਪ੍ਰਧਾਨ ਆ। ਜੇ ਕੁੜੀਆਂ ਨੂੰ ਕੁੱਖ ਚ ਮਾਰਦੇ ਸੀ ਤਾਂ ਇਹ ਬ੍ਰਾਹਮਣ ਦੀ ਥਿਊਰੀ ਹੈ, ਜੇ ਔਰਤਾਂ ਨੂੰ ਨੀਚ ਦਿਖਾਇਆ ਤਾਂ ਇਹ ਬ੍ਰਾਹਮਣ ਦੀ ਥਿਊਰੀ ਹੈ। ਸਾਰਾ ਸਮਾਜ ਤਾਂ ਉਹਦੇ ਥਿਊਰੀ ਨੂੰ ਮੰਨਣ ਵਾਲਾ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਸੀ ਜੀ ਆਪਣੇ ਕਰੀਮਪੁਰੀ ਹੋਣੀ ਕੈਨੇਡਾ ਤੋਂ। ਤੁਸੀਂ ਯਾਨੀ ਕਿਹੜਾ ਹੈਗਾ 2 ਮਿੰਟ ਮੇ ਤੋਂ ਅਜੇ ਵੀ ਹੈ, ਤੁਸੀਂ ਜੇ ਟੈਲੀਫੋਨ ਕਾਲ ਕਰਨੀ ਚਾਹੋ ਤਾਂ ਹਰ ਕਿਸੇ ਆਪਣੇ ਆਪਣੇ ਵਿਚਾਰ ਆ। ਜ਼ਰੂਰੀ ਨਹੀਂ ਹੈ ਵੀ ਮੈਂ ਯਾਨੀ ਕਿ ਜਾਂ ਕਾਂਚੀ ਟੈਲੀਵਿਜ਼ਨ ਜਾਂ ਕਾਂਚੀ ਟੈਲੀਵਿਜ਼ਨ ਦੀ ਮੈਨੇਜਮੈਂਟ ਕਮੇਟੀ ਜਿਹੜੀ ਆ ਹਰ ਇੱਕ ਦੇ ਵਿਚਾਰਾਂ ਨਾਲ ਸਹਿਮਤ ਹੋਵੇ। ਜਿਹੜੀਆਂ ਕੁਛ ਗੱਲਾਂ ਪੁਰਾਣੀਆਂ ਹੋ ਚੁੱਕੀਆਂ ਉਹਨਾਂ ਵਿੱਚ ਬਹੁਤ ਸਾਰੀ ਕੜਵੀ ਸੱਚਾਈ ਵੀ ਹੁੰਦੀ ਹੈਗੀ, ਅਤੇ ਕੁਛ ਗੱਲਾਂ ਜਿਹੜੀਆਂ ਅਸੀਂ ਚੇਂਜ ਕਰਦੇ ਹਾਂ ਉਹਨਾਂ ਨੂੰ ਚੇਂਜ ਕਿਉਂ ਨਹੀਂ ਕਰ ਰਹੇ ਹੈਗੇ। ਦੇਖਣ ਵਾਲੀ ਗੱਲ ਇਹ ਹੈ, ਜੇ ਕੋਈ ਪਿੱਛੇ ਕੁਛ ਮਾੜਾ ਹੁੰਦਾ ਰਿਹਾ ਹੈਗਾ, ਜੇ ਪਿੱਛੇ ਯਾਨੀ ਕਿ ਔਰਤਾਂ ਨੂੰ ਮਾਰਦੇ ਰਿਹਾ ਹੈਗੇ, ਤਾਂ ਅਸੀਂ ਹੁਣ ਵੀ ਉਹ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਹੈਗੇ। 2021 ਦੇ ਵਿੱਚ ਵੀ ਲੜਕੀ ਨੂੰ ਮਾਰਿਆ ਜਾ ਰਿਹਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? 2 ਮਿੰਟ ਹੈ ਜੀ। ਹੈਲੋ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਭਗਵੰਤ ਬੋਲਦਾ ਬਸਰੋਂ ਤੋਂ। ਹਾਂਜੀ ਭਗਵੰਤ ਜੀ, ਕੀ ਕਹਿਣਾ ਚਾਹੋਗੇ? ਮੈਂ ਜਿਹੜੀ ਵੀਰ ਮੋਹਨ ਉਹਨਾਂ ਨੇ ਗੱਲ ਕੀਤੀ, ਇਹਨਾਂ ਨੇ ਉਹਨਾਂ ਨਾਲ ਬਿਲਕੁਲ 100% ਸਹਿਮਤ ਆ। ਹਾਂਜੀ ਹਾਂਜੀ। ਕਿਉਂਕਿ ਜਿਹੜਾ ਇਤਿਹਾਸ ਆ ਉਹ ਹਮੇਸ਼ਾ ਵਿਜੇਤਾ ਜਿਹੜਾ ਜਿੱਤਣ ਵਾਲਾ ਲਿਖਦਾ, ਉਹ ਲਿਖਦਾ ਹਮੇਸ਼ਾ। ਤੇ ਇਹ ਜਿਹੜੀ ਜੋ ਕੁਛ ਬਿਲਕੁਲ ਉਹਨਾਂ ਨੇ ਗੱਲਾਂ ਕੀਤੀਆਂ ਬਿਲਕੁਲ ਸਹੀ ਕੀਤੀਆਂ। ਜਿਹੜਾ ਸਾਡੇ ਉੱਤੇ ਜਿਹੜਾ ਬ੍ਰਾਹਮਣਵਾਦ ਜਾਂ ਉਹ ਆਰੀਅਨ ਸਮਾਜ ਜਿਹੜਾ ਕਲਚਰ ਹੈ ਉਹ ਭਾਰੂ ਹੈ। ਹਾਂ, ਹੁਣ ਆਪਣੇ ਮੇਰੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਇਹ ਗੱਲਾਂ ਦੇਖਦੇ ਆ ਲੋਹੜੀ ਦੇ ਬਾਰੇ ਜਾਂ ਹੋਰਾਂ ਤਿਉਹਾਰਾਂ ਬਾਰੇ ਦੇਖਦੇ ਆ ਵੀ ਅਸਲ ਦੇ ਵਿੱਚ ਕੀ ਲੋਹੜੀ ਨਾਲ 3 ਗੱਲਾਂ ਹੋ ਗਈਆਂ ਜੁੜ ਗਈਆਂ। ਇੱਕ ਹਰਨਾਕਸ਼ ਦੀ ਭੈਣ ਨੂੰ ਉਸ ਦਿਨ ਜਾਣਨਾ, ਤੇ ਨੰਬਰ 2 ਤੇ ਆ ਦੁੱਲਾ ਭੱਟੀ, ਜਿਹੜੀ ਮੈਂ ਮੇਨ ਸੋਚਦਾ ਅੱਜ ਦੇ ਹਿਸਾਬ ਨਾਲ ਕਿ ਦੁੱਲਾ ਭੱਟੀ ਵੀ ਇਹ ਜਿਹੜੇ ਸਾਡੇ ਖਿਆਲਾਂ ਦੇ ਲੋਕ ਆ ਉਹਨਾਂ ਨੇ ਜਿਹੜੀ ਪਹਿਲੀ ਪ੍ਰਥਾ ਸੀ ਉਸ ਨੂੰ
ਰਿਪਲੇਸ ਕਰਨ ਲਈ ਉਹਨੂੰ ਆਪਣੇ ਹੀਰੋ ਨੂੰ ਮੂਹਰੇ ਲਿਆਂਦਾ ਔਰ ਉਹ ਸੱਚਾਈ ਇੱਕ ਕਿਉਂਕਿ 1599 ਦੇ ਵਿੱਚ ਅਕਬਰ ਦੇ ਸਮੇਂ ਦੇ ਵਿੱਚ ਦੁੱਲਾ ਭੱਟੀ ਨੂੰ ਫਾਂਸੀ ਲਾਈ ਗਈ ਸੀ ਕਿਉਂਕਿ ਉਹਨੇ ਟੈਕਸ ਉਹਦੇ ਬਾਬਿਆਂ ਨੇ ਉਹਦੇ ਬਾਪੂ ਨੇ ਉਹਨਾਂ ਨੇ ਪੇ ਨਹੀਂ ਦਿੰਦੇ ਨਹੀਂ ਸਕੇ। ਉਹ ਜਿਸ ਤਰ੍ਹਾਂ ਅੱਜ ਸਾਡਾ ਕਿਸਾਨੀ ਘੋਲ ਅੜਿਆ ਪਿਆ। ਅੱਧਾ ਮਿੰਟ ਰਹਿ ਗਿਆ ਆਪਣੇ ਭਗਵੰਤ ਜੀ ਸਿਰਫ। ਹਾਂਜੀ ਬਸ ਇਹ ਮੇਰਾ ਹੈਗਾ ਤੇ ਬਾਕੀ ਨੰਬਰ 2 ਸੀਜ਼ਨਲ ਹੈਗਾ ਇਹ ਵੀ ਨਾਲ ਹੈਗਾ ਸੀਜ਼ਨਲ ਵੀ ਹੈਗਾ ਇਹ। ਥੈਂਕ ਯੂ ਹਾਂਜੀ ਥੈਂਕ ਯੂ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਭਗਵੰਤ ਸਿੰਘ ਹੋਣੀ ਸੌਰੀ ਯਾਨੀ ਕਿ ਕਾਲ ਪਹਿਲਾਂ ਲੱਗ ਨਹੀਂ ਸਕੀ। ਇਸ ਤਰ੍ਹਾਂ ਹੀ ਤਰਨਜਨ ਮਹੇ ਹੁਣੀ ਵੀ ਟੈਲੀਫੋਨ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਟੈਲੀਫੋਨ ਬਹੁਤ ਬਿਜ਼ੀ ਲਾਈਨਾਂ ਰਹੀਆਂ। ਮੈਂ ਤੁਹਾਡੇ ਸਾਰੇ ਕਾਲਰਸ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਅਤੇ ਉਹਨਾਂ ਦਾ ਵੀ ਜਿਨ੍ਹਾਂ ਨੇ ਕਿ ਬਹੁਤ ਟਰਾਈ ਕੀਤੀ ਹੋਣੀ ਹੈ। ਉਹਨਾਂ ਨੂੰ ਟੈਲੀਫੋਨ ਕਾਲਸ ਨਹੀਂ ਮਿਲ ਸਕੀਆਂ ਅਤੇ ਉਹਦੇ ਲਈ ਮੈਂ ਖਿਮਾ ਦਾ ਜਾਚ ਹੈਗਾ। ਅਗਲੇ ਹਫ਼ਤੇ ਤੁਹਾਨੂੰ ਅਸੀਂ ਦੋਨੇ ਵੀਰ ਮੈਂ ਅਤੇ ਤਰਨਜਨ ਮਹੇ ਫੇਰ ਤੁਹਾਨੂੰ ਮਿਲਾਂਗੇ ਫਰਾਈਡੇ ਨੂੰ ਸਾਂਝੀਆਂ ਵਿਚਾਰਾਂ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਇਹੋ ਜਿਹਾ ਟੌਪਿਕ ਲੈ ਕੇ ਜਿਨ੍ਹਾਂ ਬਾਰੇ ਆਪਾਂ ਖੁੱਲ੍ਹੀਆਂ ਵਿਚਾਰਾਂ ਕਰਾਂਗੇ। ਬਹੁਤ ਸਾਰੇ ਕਾਲਰਸ ਦੇ ਵਿਚਾਰ ਜਿਹੜੇ ਆ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਸਾਡੇ ਆਪਣੇ ਵਿਚਾਰ ਹੁੰਦੇ। ਜ਼ਰੂਰੀ ਨੇ ਵੀ ਮੈਂ ਜਾਣੀ ਕਿ ਜਾਂ ਕਾਂਸ਼ੀ ਟੈਲੀਵਿਜ਼ਨ ਉਹਨਾਂ ਨਾਲ ਸਹਿਮਤ ਹੋਵੇ। ਅਸੀਂ ਇੱਕ ਦੂਜੇ ਤੋਂ ਬਹੁਤ ਕੁਛ ਲਰਨ ਕਰਦੇ ਹਾਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਔਰਤਾਂ ਜਿੱਥੇ ਘਾਣ ਹੁੰਦਾ ਹੈਗਾ ਜਿੱਥੇ ਉਹਨਾਂ ਨਾਲ ਬੇਇਨਸਾਫੀ ਹੁੰਦੀ ਆ ਉਹ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਅਤੇ ਜੇ ਇਸੇ ਗੱਲ ਕਰਕੇ ਅਸੀਂ ਲੋਹੜੀ ਮਨਾਉਣੀ ਤਾਂ ਉਹ ਸਾਨੂੰ ਬੰਦ ਕਰਨੀ ਚਾਹੀਦੀ ਹੈ। ਅਗਲੇ ਹਫ਼ਤੇ ਆਪਾਂ ਫਿਰ ਮਿਲਦੇ ਹਾਂ। ਤੁਹਾਨੂੰ ਇੱਥੇ ਦਿਓ ਮੈਨੂੰ ਇਜਾਜ਼ਤ। ਬਾਏ।